गुरु जी की साजी नवाजी। गुरु स्वरूप साध संग जियो। धन 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 सतगुरु श्री गुरु ग्रंथ साहब महाराज जी की अपार अपार कृपा हो रही है। सत संगत का अमोलक समा चल रहा है। आप गुरमुख प्यारे माई भाई गुरु जी के दर्शनां दी प्यास, गुरु जी के बचनां दी भुख लैके कम्मां धंधियां नूं संकोच के शरीर दे आलस आराम नूं छड्ड के सतगुरां दे पावन पवित्र सचखंडी दरबार दीयां हाजरियां भर रहे हो। समूह माई भाई वड्डियां भागां वाले हो। सतगुरां ने मेहर कीती है। गुरबाणी दी कथा विचार शब्द दी विचार करन दा आपां नूं सुभागा समां बख्शिया है। राम कली रागणी विच गुरु घर दे कीर्तनीए जस करन वाले गुरमत तो जाणो, गुरबाणी तो जाणो, गुरु महाराज दे जीवन तो वाकफियत रखण वाले राय बलवंड जी, राय सता जी, सतगुरु गुरु अर्जन देव जी दे सन्मुख सतगुरु गुरु अर्जन देव जी का वचन मन के भाई जिस मुख नाल गुरु जियां नूं खोटे बचन निंदा कीती है, उसे मुख नाल गुरु दी सिफत करो। सो सिफत सलाह जो है वो राय बलवंड जी ते सता जी सतगुरु गुरु अर्जन जी दे सामने गुरु साहबां दे जीवन, गुरु साहबां दी करनी, गुरु साहबां दे परोपकार, इत्थे तक के गुरु साहबां दी आत्मक जो अवस्था है वो भी साडे सामने बयान कर रहे ने, खुलासा कर रहे ने। अमृत वेले आप जी ने सरवण कीता सी। धन श्री गुरु नानक देव महाराज जी ने बाबा लहणा साहब जी दियां परखां कीतियां। पहली वो परख होई सी जदों महाराज करतारपुर लहणा साहब जी दे रूप विच पुजे सी तां गुरमुख प्यारिओ गुरु नानक देव जी धाना विचों मूंजी विचों कख कढ रहे सी, गडाई कर रहे सी मूंजी दी। आप सजना नूं पता ही है, आपां जीरियां लाउने हैं कि जीरी दी गडाई पानी विचे हुंदी है ते ओहदी गडाई जड़ां तो ही जिहड़ा कख हुंदा वो पटना पैंदा है। खुरपे दाती नाल गटाई होरां फसलां दी हुंदी है। मूंजी धान दी गडाई पानी विच खड़ के ही जड़ तो ही जो दर विच बूटे हुंदे ने नदीन उन्हां नूं पटना पैंदा है। ते जदों पानी विच आपां जड़ तो बूटा पटांगे ਉਹਦੇ ਨਾਲ मिट्टी ते पानी ने आउणा ही आउणा है जड़ दे नाल। श्री गुरु नानक देव महाराज जी ਇਹ किरत कर रहे सी ते ਉਹ ਜਿਹੜੇ ਕੱਖ ਸੀ ਉਹ ਮੱਝਾਂ ਵਾਸਤੇ ਪੰਡਾਂ ਬੰਨ੍ਹਦੇ ਭਾਰ ਬੰਨ ਕੇ ਰੱਖੇ ਹੋਏ ਸੀ। ਬਾਬਾ ਲਹਿਣਾ ਜੀ ਚੰਗੇ ਚੱਲਦੇ ਘਰ ਪੁਰਦੇ, ਕਾਰੋਬਾਰ ਚੰਗਾ ਸੀ, ਹੱਟੀ ਕਰਦੇ ਸੀ, ਹੋਰ ਕੋਈ ਗੱਲ ਨਹੀਂ ਆਖੀ। ਸਤਿਗੁਰੂ ਨਾਨਕ ਦੇਵ ਜੀ ਨੇ ਉਹ ਚੋਂਦੇ ਚੋਂਦੇ ਪਾਣੀ ਦੇ ਗਾਰੇ ਦੀ ਪੰਡ ਬਾਬਾ ਲਹਿਣਾ ਜੀ ਦੇ ਉੱਤੇ ਚੁਕਾ ਦਿੱਤੀ। ਆਪ ਵੀ ਚੁੱਕ ਲਈ ਤੇ ਤੁਰ ਪਏ ਕਰਤਾਰਪੁਰ ਸਾਹਿਬ ਧਰਮਸ਼ਾਲਾ ਨੂੰ। ਗੁਰਸਿੱਖ ਪਿਆਰਿਓ, ਗਾਹਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰੋਂ ਸਤਿਕਾਰਯੋਗ ਮਾਤਾ ਸੁਲੱਖਣੀ ਜੀ ਜਦੋਂ ਉਹਨਾਂ ਨੇ ਵੇਖਿਆ ਕਿੱਡੇ ਸੋਹਣੇ ਵਸਤਰ ਪਾਏ ਹੋਏ ਨੇ, ਅਜੇ ਉਮਰ ਵੀ ਜੋਬਨ ਦੀ ਸੀ ਗੁਰਸਿੱਖ ਪਿਆਰਿਓ, ਕਿਉਂਕਿ ਗੁਰੂ ਅੰਗਦ ਦੇਵ ਜੀ ਨੇ ਸਾਰੀ 48 ਸਾਲ ਦੀ ਉਮਰ ਭੋਗੀ ਹੈ। 31 ਮਾਰਚ 1504 ਨੂੰ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਮੱਤੇ ਕੀ ਸਰਾਂ ਬਾਬਾ ਫੇਰੂਮਲ ਜੀ ਦੇ ਗ੍ਰਹਿ ਵਿਖੇ ਮਾਤਾ ਸਭਰਾਈ ਜੀ ਦੀ ਕੁੱਖ ਤੋਂ ਪ੍ਰਗਟ ਹੋਏ ਸੀ 31 ਮਾਰਚ 1504 ਨੂੰ। ਤੇ 52 ਵਿੱਚ ਗੁਰੂ ਅੰਗਦ ਦੇਵ ਮਹਾਰਾਜ ਜੀ ਚੜ੍ਹਾਈ ਕਰ ਗਏ ਨੇ। 48 ਸਾਲ ਦੀ ਉਹ ਉਮਰ ਸਾਰੀ ਭੋਗੀ ਹੈ, ਜਿਹਦੇ ਵਿੱਚ 7 ਸਾਲ ਗੁਰੂ ਅੰਗਦ ਦੇਵ ਜੀ ਦੀ ਸੰਗਤ ਕੀਤੀ ਹੈ। 35 ਵਿੱਚ ਮਹਾਰਾਜ 1535 ਵਿੱਚ ਮਿਲੇ ਸੀ ਗੁਰੂ ਅੰਗਦ ਦੇਵ ਜੀ ਨੂੰ ਤੇ ਦੇਖ ਲਓ 52 ਵਿੱਚ ਚੜ੍ਹਾਈ ਕਰ ਗਏ। 7 ਸਾਲ ਦੀ ਸੰਗਤ, 42 ਤੇ 10 ਸਾਲ ਗੁਰੂ ਮਹਾਰਾਜ ਨੇ ਗੁਰਗੱਦੀ ਤੇ ਬੈਠ ਕੇ ਸੇਵਾ ਕੀਤੀ ਹੈ। ਉਹ ਗੁਰੂ ਅੰਗਦ ਦੇਵ ਜੀ ਦੇ ਸੋਹਣੇ ਵਸਤਰ ਪਾਏ ਹੋਏ, ਜਿਹੜੀ ਮਿੱਟੀ ਸੀ
ਪਾਣੀ ਦੇ ਨਾਲ ਉਹ ਪੰਡ ਵਿੱਚੋਂ ਉਤਰ ਉਤਰ ਕੇ ਕੱਪੜਿਆਂ ਤੇ ਪੈ ਗਈ, ਬਾਬਾ ਲਹਿਣਾ ਜੀ ਦੇ ਦਾੜੇ ਵਿੱਚ ਪੈ ਗਈ। ਤੇ ਮਾਤਾ ਸੁਰਖੜੀ ਜੀ ਨੇ ਵੇਖਿਆ, ਸਤਿਗੁਰ ਜੀ ਜੇ ਕੋਈ ਸੇਵਾਦਾਰ ਸਰਧਾ ਨਾਲ ਆਉਂਦਾ ਉਹਦੀ ਅਵਸਥਾ ਦੇਖਿਆ ਕਰੋ, ਕਿੰਨੇ ਸੋਹਣੇ ਕੱਪੜੇ ਨੇ, ਚਲਦੇ ਪੁਰਜੇ ਘਰ ਦਾ ਹੈ ਕੋਈ, ਤੁਸੀਂ ਇੰਨੀ ਗਾਰੇ ਵਾਲੀ ਮਿੱਟੀ ਵਾਲੀ ਪੰਡ ਚਕਾ ਦਿੱਤੀ, ਸਾਰੇ ਕੱਪੜੇ ਇਹਦੇ ਲਿਬੜ ਗਏ ਹਨ, ਦਾੜੇ ਵਿੱਚ ਮਿੱਟੀ ਪੈ ਗਈ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ। ਦਿੱਤਾ ਲਈਏ ਆਪਣਾ, ਬਿਨ ਦਿੱਤੇ ਕਿਛ ਹੱਥ ਨਾ ਆਵੇ। ਤਾਂ ਪਿਛਲੀਆਂ ਗੱਲਾਂ ਹੁੰਦੀਆਂ ਨੇ, ਪਿਛਲੇ ਜਨਮਾਂ ਦੇ ਸੰਜੋਗ ਹੁੰਦੇ ਨੇ। ਸਤਿਗੁਰੂ ਨਾਨਕ ਦੇਵ ਕਹਿੰਦੇ, ਭਗਵਾਨੇ ਤੈਨੂੰ ਮਿੱਟੀ ਦਿਖਦੀ ਹੈ, ਤੈਨੂੰ ਗਾਰਾ ਦਿਖਦਾ, ਤੈਨੂੰ ਲਿਬੜਿਆ ਦਿਖਦਾ, ਮੈਨੂੰ ਤਾਂ ਏਦਾਂ ਦਿਖਦਾ ਕਿ ਅਕਾਲ ਪੁਰਖ ਵਾਹਿਗੁਰੂ ਇਹਦੇ ਉੱਤੇ ਕੇਸਰ ਦਾ ਛਿੜਕਾਅ ਕਰ ਰਿਹਾ ਹੈ। ਇਹ ਮਿੱਟੀ ਨਹੀਂ, ਗਾਰਾ ਨਹੀਂ ਹੈ, ਇਹ ਤਾਂ ਕੇਸਰ ਹੈ। ਆਪਾਂ ਨੂੰ ਵੀ ਇੱਥੋਂ ਇੱਕ ਸਿੱਖਿਆ ਲੈਣੀ ਹੈ। ਜਿਹੜੀ ਇੱਥੇ ਦੀ ਧੂੜੀ ਹੈ, ਲੰਗਰ ਦੇ ਝੂਠੇ ਭਾਂਡਿਆਂ ਦੀ ਝੂਠ ਹੈ, ਉਹਨੂੰ ਝੂਠ ਨਾ ਕਿਹਾ ਕਰੋ, ਉਹਨੂੰ ਗੰਦ ਨਹੀਂ ਕਹਿਣਾ, ਇਹਨੂੰ ਮਿੱਟੀ ਨਹੀਂ ਕਹਿਣੀ। ਇਹੋ ਜਿਹਾ ਕੇਸਰ ਤਾਂ ਕਿਤੋਂ ਲੱਭਣਾ ਹੀ ਨਹੀਂ। ਅੱਜ ਕਹੇ ਆਖੋ ਸਤਿਨਾਮ। ਇਹੋ ਜਿਹੀਆਂ ਪਰਖਾਂ ਹੁੰਦੀਆਂ ਰਹੀਆਂ ਗੁਰਸਿੱਖ ਪਿਆਰਿਓ। ਆਖਰੀ ਪਰਖ ਤੁਸੀਂ ਸੁਣੇ ਚੁੱਕੇ ਹੋ ਕਿ ਕਿੱਡਾ ਵੱਡਾ ਪਰਚਾ ਪਾ ਦਿੱਤਾ। ਸਾਰੀਆਂ ਸੰਗਤਾਂ ਮੁੜੇ ਆਈਆਂ ਜਦੋਂ ਪਰਖ ਵਿੱਚ ਪੂਰੇ ਹੋ ਗਏ। ਹੁਣ ਪਰਖ ਵੀ ਇੱਥੇ ਦੱਸਣਗੇ। ਰਾਏ ਬਲਵੰਡ ਤੇ ਸੱਤਾ ਜੀ ਕੈਸੀ ਪਰਖ ਕੀਤੀ ਗੁਰੂ ਨਾਨਕ ਦੇਵ ਜੀ ਨੇ। ਜੋਤ ਸਮਾਣੀ ਜੋਤ ਮਾਹੇ, ਆਪ ਆਪੇ ਸੇਤੀ ਮਿਕਿਓਨ। ਜੋਤ ਵਿੱਚ ਜੋਤ। 2-3 ਦਿਨ ਇਸ ਗੱਲ ਤੇ ਦਾਸ ਨੇ ਤੁਹਾਡੇ ਚਰਨਾਂ ਵਿੱਚ ਲਾਏ ਸੀ ਗੁਰਗੱਦੀ ਦਿਵਸ ਉੱਤੇ ਕਿ ਗੁਰੂ ਨਾਨਕ ਨੇ ਜੋਤ ਕਿਸੇ ਸਰੀਰ ਨੂੰ ਨਹੀਂ ਦਿੱਤੀ, ਕਿਸੇ ਮਨੁੱਖ ਨੂੰ ਨਹੀਂ ਦਿੱਤੀ। ਜਦ ਬਾਬਾ ਲਹਿਣਾ ਜੀ ਨੂੰ ਗੱਦੀ ਬਖਸ਼ੀ ਹੈ, ਬਾਬਾ ਲਹਿਣਾ ਸ਼ਬਦ ਸਰੂਪ ਹੋ ਚੁੱਕੇ ਸੀ, ਜਿਉਂਦੇ ਹੀ ਸਰੀਰ ਤੋਂ ਪਰੇ ਹੋ ਚੁੱਕੇ ਸੀ। ਸਰੀਰ ਨੂੰ ਇੱਕ ਕਿਰਿਆ ਖਾਤਰ ਵਰਤਿਆ ਜਾਂਦਾ ਸੀ। ਬਹੁਤ ਚੀਜ਼ਾਂ ਐਸੀਆਂ ਘਰਾਂ ਵਿੱਚ ਹੋਣੀਆਂ ਜੋ ਹਮੇਸ਼ਾ ਨਾਲ ਨਹੀਂ ਰੱਖੀ ਦੀਆਂ, ਉਹਨਾਂ ਤੋਂ ਕੰਮ ਲੈ ਤੇ ਕਿਸੇ ਖੂੰਜੇ ਉਹਨਾਂ ਨੂੰ ਰੱਖ ਦਈਦਾ। ਹਮੇਸ਼ਾ ਉਹਦੇ ਨਾਲ ਸੰਬੰਧ ਨਹੀਂ ਰੱਖੀਦਾ ਹੁੰਦਾ। ਗੁਰਸਿੱਖਾਂ ਦਾ ਜੀਵਨ ਸਿਮਰਨ ਕਰਦੇ ਆ ਇੱਥੇ ਉੱਚਾ ਪੁੱਜ ਜਾਂਦਾ ਹੈ। ਇਹ ਸਰੀਰ ਕੇਵਲ ਕੰਮ ਲੈਣ ਖਾਤਰ, ਹਮੇਸ਼ਾ ਇਹਦੇ ਸੰਗੀ ਨਹੀਂ ਰਹਿਣਾ। ਕਿਉਂ ਨਹੀਂ ਸੰਗੀ ਰੱਖਣਾ? ਇਹਨੇ ਆਪਣਾ ਸੰਗੀ ਰਹਿਣਾ ਨਹੀਂ ਹੈ। ਅਜ ਕੇ ਆਖੋ ਸਤਿਨਾਮ। ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਆਪਾਂ ਨੂੰ ਵਹਿ ਮੈਨੂੰ ਨਾਲ ਰੱਖੀਏ, ਸਾਂਭ ਕੇ ਰੱਖੀਏ, ਹਮੇਸ਼ਾ ਸਾਡੇ ਨਾਲ ਹੈ। ਭਾਈ ਗੁਰਮੁਖ ਪਿਆਰਿਓ, ਇਹ ਨਾਲ ਨਹੀਂ ਰਹਿਣਾ। ਗੁਰਮੁਖ ਪਹਿਲਾਂ ਹੀ ਇਸ ਗੱਲ ਨੂੰ ਸਮਝ ਜਾਂਦੇ ਨੇ। ਇਹ ਤਾਂ ਵਰਤਣ ਖਾਤਰ ਚੀਜ਼ ਦਿੱਤੀ ਹੈ। ਜਿੱਥੇ ਜਿੱਥੇ ਲੋੜ ਹੈ ਇਹਨੂੰ ਵਰਤ ਲਓ, ਇਹਨੂੰ ਚੱਕੀ ਨਾ ਫਿਰੋ ਮਿੱਟੀ ਦੀ ਪੰਡ ਨੂੰ। ਇਹ ਤੇ ਜਿਉਂ-ਜਿਉਂ ਪਰੇ ਹੋਵਾਂਗੇ ਸੁਖੀ ਹੁੰਦੇ ਜਾਵਾਂਗੇ, ਜਿਉਂ-ਜਿਉਂ ਸਰੀਰ ਦੇ ਨੇੜੇ ਹੁੰਦੇ ਜਾਵਾਂਗੇ ਦੁਖੀ ਹੁੰਦੇ ਜਾਵਾਂਗੇ। ਕਿਉਂਕਿ ਵੇਦਾਂਤ ਦੇ ਗ੍ਰੰਥਾਂ ਵਿੱਚ ਲਿਖਿਆ, ਸਗਲ ਦੁੱਖ ਕੋ ਕਾਰਨ ਦੇ। ਸਾਰੀਆਂ ਦੁੱਖਾਂ ਦਾ ਕਾਰਨ ਸਰੀਰ ਹੈ। ਸੋ ਜੋਤ ਸਮਾਣੀ ਜੋਤ ਮਾਹੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਾ ਲਹਿਣਾ ਜੀ ਨੂੰ ਜੋਤ ਬਖਸ਼ੀ। ਇੱਥੋਂ ਹੀ ਤੁਸੀਂ ਸਮਝ ਲਿਓ ਕਿ ਸਰੀਰ ਨੂੰ ਜੋਤ ਨਹੀਂ ਦਿੱਤੀ। ਬਾਬੇ ਲਹਿਣੇ ਦੇ ਸਰੀਰ ਵਿੱਚ ਜੋਤ ਨਹੀਂ ਪਾਈ। ਤੇ ਗੁਰਮੁਖ ਪਿਆਰਿਓ, ਜੋਤ ਸਮਾਣੀ ਜੋਤ ਮਾਹੇ। ਬਾਬਾ ਲਹਿਣਾ ਜੀ ਦੀ ਜੋਤ ਵਿੱਚ ਆਪਣੀ ਜੋਤ ਪਾਈ। ਜੇ ਸਰੀਰ ਵਿੱਚ ਹੁੰਦੀ ਤਾਂ ਸਰੀਰ ਦਾ ਜ਼ਿਕਰ ਹੁੰਦਾ, ਲਹਿਣੇ ਦਾ ਜ਼ਿਕਰ ਹੁੰਦਾ। ਜੋਤ ਸਮਾਣੀ ਜੋਤ ਮਾਹੇ, ਇਹ ਵੀ ਤੁਹਾਨੂੰ ਸਭ ਨੂੰ ਪਤਾ ਹੀ ਹੈ। ਅੱਖ ਦੀ ਜਗ੍ਹਾ ਜੇ ਬਦਲਣੀ ਹੈ ਤਾਂ ਅੱਖੇ ਪੈ ਸਕਦੀ ਹੈ। ਗੋਡਾ ਜੇ ਬਦਲਣਾ ਤਾਂ ਗੋਡਾ ਹੀ ਪੈ ਸਕਦਾ ਹੈ। ਜੇ ਚਗਾਠਾ ਟੁੱਟ ਗਿਆ ਬਦਲਣਾ, ਚਗਾਠਾ ਹੀ ਪਊਗਾ। ਜੇ ਹਾਰਟ ਬਦਲਣਾ, ਹਾਰਟ ਦੀ ਜਗ੍ਹਾ ਹਾਰਟ, ਗਾਲ ਬਲੈਡਰ ਦੀ ਜਗ੍ਹਾ ਗਾਲ ਬਲੈਡਰ ਪੈ ਸਕਦਾ ਹੈ। ਤੇ ਕਿਡਨੀ ਦੀ ਜਗ੍ਹਾ ਕਿਡਨੀ ਪੈ ਸਕਦੀ ਹੈ। ਕੋਈ ਡਾਕਟਰ ਐਸਾ ਹੈ ਕਿਡਨੀ ਦੀ ਜਗ੍ਹਾ ਹਾਰਟ ਪਾ ਦੇਵੇ, ਹਾਰਟ ਦੀ ਜਗ੍ਹਾ ਕਿਡਨੀ ਪਾ ਦੇਵੇ। ਸੋ ਸਿਆਣੇ ਬੈਠੇ ਹੋ। ਜੋਤ ਜੇ ਪੈ ਸਕਦੀ ਹੈ ਤਾਂ ਜੋਤ ਵਿੱਚੇ ਪੈ ਸਕਦੀ ਹੈ। ਅੱਜ ਕੇ ਆਖੋ ਸਤਿਨਾਮ। ਇਹ ਸਰੀਰ ਪੈਣ ਦਾ, ਸਰੀਰ ਤਾਂ ਜੜ ਚੀਜ਼ ਹੈ, ਜੋਤ ਸੂਖਸ਼ਮ ਚੇਤਨ ਚੀਜ਼ ਹੈ। ਤਾਂ ਬਾਬੇ ਨਾਨਕ ਜੀ ਨੇ ਆਪਣੀ ਜੋਤ ਬਾਬਾ ਲਹਿਣਾ ਜੀ ਦੀ ਜੋਤ ਵਿੱਚ ਪਾਈ। ਪਰ ਪਾਈ ਕਦੋਂ? ਵਸਤੂ ਪੈਂਦੀ ਕਹਿੰਦੀ ਕਦੋਂ ਹੁੰਦੀ ਹੈ ਗੁਰਮੁਖ ਪਿਆਰਿਓ? ਅੱਖ ਦੀ ਜਗ੍ਹਾ ਉਹੀ ਅੱਖ ਪਊਗੀ ਜਿਹਦਾ ਸਾਈਜ਼ ਮਿਲਦਾ ਹੋਵੇ। ਕਿਡਨੀਆਂ ਦੇਖ ਲਓ ਬਹੁਤ ਖਰਾਬ ਹੁੰਦੀਆਂ ਨੇ। ਹਰ ਕਿਡਨੀ ਇੱਕ ਦੂਜੇ ਵਿੱਚ ਰੀਪਲਾਂਟ ਨਹੀਂ ਹੋ ਸਕਦੀ।
ਜਿਹੜੀ ਮੈਚ ਕਰੂਗੀ ਉਹੀ ਪੈ ਸਕਦੀ ਹੈ, ਦੂਜੀ ਨਹੀਂ ਪੈ ਸਕਦੀ। ਭਾਵ ਜੋਤ ਵੀ ਉਦੋਂ ਹੀ ਬਾਬੇ ਨਾਨਕ ਦੀ ਸਮਾਈ ਜਦੋਂ ਲਹਿਣਾ ਜੀ ਦੀ ਜੋਤ ਬਰਾਬਰ ਹੋ ਗਈ ਸੀ। ਅਜ ਕੇ ਆਖੋ ਸਤਿਨਾਮ। ਐਵੇਂ ਨਹੀਂ ਮਿੱਕਿਓਨ ਤੋਲ ਕੇ ਮਾਪ ਕੇ, ਤੇ ਮਾਪਣ ਦਾ ਤਰੀਕਾ ਵੀ ਕੈਸਾ ਵਰਤਿਆ। ਤਖੜੀ ਆਪਣੇ ਹੱਥ ਵਿੱਚ ਫੜ ਲਈ ਬਾਬੇ ਨਾਨਕ ਨੇ, ਕਿਸੇ ਤੋਂ ਨਹੀਂ ਤਲਾਈ। ਤੁਸੀਂ ਮੰਡੀ ਵਿੱਚ ਜੀਰੀ ਕਣਕ ਵੇਚਣ ਜਾਂਦੇ ਹੋ, ਕੋਈ ਜੋਖਦਾ। ਗਰੋਸਰੀ ਦੀ ਚੀਜ਼ ਲੈਣ ਜਾਂਦੇ ਹੋ, ਹੋਰ ਜੋਖੂਗਾ, ਤੁਸੀਂ ਆਪ ਨਹੀਂ ਜੋਖੋਗੇ। ਬਾਬੇ ਨਾਨਕ ਨੇ ਤਖੜੀ ਵੀ ਆਪੇ ਫੜ ਲਈ। ਇੱਕ ਪਾਲੜੇ ਵਿੱਚ ਆਪਣੀ ਜੋਤ ਰੱਖਤੀ, ਇੱਕ ਵਿੱਚ ਬਾਬਾ ਲਹਿਣਾ ਜੀ ਦੀ। ਜਦ ਮਿੱਕਿਆ ਤੋਲਿਆ ਮਾਪਿਆ ਕਿ ਦੋਵੇਂ ਬਰਾਬਰ ਹੋ ਗਈਆਂ, ਫਿਰ ਆਪਣੀ ਜੋਤ ਸਮਾ ਦਿੱਤੀ। ਆਹ ਲੰਗਰ ਹੈ ਜਿਹੜਾ 1 ਕਿਲੋ ਦਾ ਭਾਂਡਾ ਹੈ, ਉਹਦੇ ਵਿੱਚ 2 ਕਿਲੋ ਚੀਜ਼ ਨਹੀਂ ਪੈ ਸਕਦੀ। 5 ਕਿਲੋ ਦੇ ਭਾਂਡੇ ਵਿੱਚ 10 ਕਿਲੋ ਨਹੀਂ ਪੈ ਸਕਦੀ। ਗੁਰਮੁਖ ਪਿਆਰੇ, ਉਹਦੇ ਕਿਲੋ ਵਾਲੇ ਚ ਪਾਈਆ ਪਾਓਗੇ, ਕੁਆਟਰੇ ਭਰੂਗਾ, 3 ਹਿੱਸੇ ਖਾਲੀ ਰਹਿ ਜਾਣਗੇ। ਭਾਵ ਜਿੰਦਾ ਭਾਂਡਾ ਹੋਵੇ ਉਨੀ ਉਹਦੀ ਚੀਜ਼ ਸਮਾ ਸਕਦੀ ਹੈ। ਬਾਬਾ ਲਹਿਣਾ ਜੀ ਦੀ ਜੋਤ ਜਦੋਂ ਗੁਰੂ ਨਾਨਕ ਦੇਵ ਜੀ ਦੇ ਬਰਾਬਰ ਹੋ ਗਈ, ਸਾਵਾਂ ਤੋਲ ਲਿਆ ਉਹਨਾਂ ਨੂੰ। ਆਪ ਆਪੇ ਸੇਤੀ ਮਿੱਕਿਓਨ, ਆਪਣੇ ਆਪ ਨਾਲ ਆਪੇ ਤਖੜੀ ਪੜ ਕੇ ਤੋਲਿਆ। ਜਦੋਂ ਬਰਾਬਰ ਹੋ ਗਿਆ, ਫਿਰ ਆਪਣੀ ਜੋਤ ਬਾਬਾ ਲਹਿਣਾ ਜੀ ਨੂੰ ਬਖਸ਼ ਦਿੱਤੀ। ਸਿੱਖਾਂ ਪੁੱਤਰਾਂ ਕੂਖ ਗਏ, ਸਭ ਉਮਤ ਵੇਖੋ ਜੇ ਕਿਉਂ ਨਾ। ਇਹ ਕੱਲੇ ਬਾਬੇ ਲਹਿਣੇ ਦਾ ਹੀ ਨਹੀਂ ਹੋਇਆ ਇਮਤਿਹਾਨ, ਸਿੱਖਾਂ ਦਾ ਵੀ ਕੀਤਾ, ਆਪਣੇ ਪੁੱਤਰਾਂ ਦਾ ਵੀ ਕੀਤਾ। ਸਿੱਖ ਵੀ ਕੋਲ ਸਨ ਬਥੇਰੇ, ਬਾਬਾ ਬੁੱਢਾ ਸਾਹਿਬ ਵੀ ਕੋਲੇ ਸਨ, ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਮਹਾਰਾਜ ਕੋਲੇ ਸਨ, ਹੋਰ ਬਥੇਰੇ ਸਨ। ਪਰ ਜਦੋਂ ਵੀ ਪਰਖ ਹੋਣ ਲੱਗੀ ਤੇ ਪਰਖ ਵਿੱਚ ਪੂਰੇ ਬਾਬਾ ਲਹਿਣਾ ਸਾਹਿਬ ਵੀ ਉਤਰੇ। ਗੁਰਸਿੱਖ ਪਿਆਰਿਓ, ਆਮ ਕਥਾ ਸੁਣੀਓ ਤੁਸੀਂ, ਮੀਂਹ ਪੈਣ ਲੱਗ ਪਿਆ। ਗੁਰਮੁਖ ਪਿਆਰਿਓ, ਲੰਗਰ ਨਾ ਪੱਕਿਆ। ਸਤਿਗੁਰ ਕਹਿੰਦੇ ਲੰਗਰ ਪਕਾਉਣਾ ਹੀ ਨਹੀਂ ਹੈ ਭਾਈ। ਸੰਗਤ ਦੇਖ ਲੋ ਕਿੰਨੀ ਆਉਂਦੀ ਸੀ, 4 ਚੱਕਾਂ ਤੋਂ ਕਰਤਾਰਪੁਰ ਸਾਹਿਬ ਆਉਂਦੀ ਸੀ, ਬਹੁਤ ਇਕੱਠ। ਬਾਬਾ ਜੀ ਨੇ ਹੁਕਮ ਕਰਤਾ ਲੰਗਰ ਨਹੀਂ ਪਕਾਉਣਾ। ਚਲੋ ਰਾਤ ਤਾਂ ਕੱਟ ਲਈ ਭੁੱਖੇ ਸੁੱਖੇ ਲੋਕਾਂ ਨੇ, ਦੂਜੇ ਦਿਨ ਫੇਰ ਹੁਕਮ ਕਰਤਾ ਲੰਗਰ ਨਹੀਂ ਪਕਾਉਣਾ। ਬਾਬਾ ਸ੍ਰੀ ਚੰਦ ਮਹਾਰਾਜ ਚਲੇ ਗਏ। ਬਾਪੂ ਜੀ ਕੀ ਗੱਲ, ਸੰਗਤਾਂ ਦਾ ਲੰਗਰ ਕਿਉਂ ਬੰਦ ਕਰਤਾ? ਬਾਬਾ ਗੁਰੂ ਨਾਨਕ ਦੇਵ ਜੀ ਕਹਿੰਦੇ, ਉਹ ਪੁੱਤਰਾ ਰੋਟੀਆਂ ਮਾਂ ਦੀ ਦਾਲ ਤਾਂ ਨਿੱਤੇ ਖਾਣੇ ਐ, ਅੱਜ ਸੰਗਤ ਨੂੰ ਮਠਿਆਈਆਂ ਖਿਲਾਉਣੀਆਂ। ਤੇ ਬਾਬਾ ਸ੍ਰੀ ਚੰਦ ਮਹਾਰਾਜ ਕਹਿੰਦੇ ਕੋਈ ਪਕਾਉਂਦਾ ਤਾਂ ਹੈ ਨਹੀਂ, ਕਿ ਗੱਡੇ ਭੇਜੇ ਨੇ ਲਾਹੌਰ ਤੋਂ ਲੈਣ, ਹਲਵਾਈਆਂ ਤੋਂ ਕਿੱਥੋਂ ਆਉਣਗੀਆਂ ਮਠਿਆਈਆਂ? ਸਤਿਗੁਰ ਕਹਿੰਦੇ ਜੇ ਤੈਨੂੰ ਜ਼ਿਆਦਾ ਫਿਕਰ ਹੈ ਸੰਗਤ ਦਾ, ਆ ਚੱਲੀਏ। ਬਾਹਰ ਨਿਕਲ ਆਏ, ਸੰਗਤ ਵੀ ਨਾਲ ਆ ਗਈ, ਬਾਬਾ ਬੁੱਢਾ ਜੀ ਵੀ ਨਾਲ ਸੀ, ਬਾਬਾ ਲਹਿਣਾ ਜੀ ਵੀ ਨਾਲ ਸੀ। ਸਤਿਗੁਰ ਕਹਿੰਦੇ ਸੰਗਤ ਭੁੱਖੀ ਹੈ, ਇਹ ਕਿੱਕਰ ਤੇ ਚੜ ਕੇ ਹਲੂਣਾ ਦੇ ਤੇ ਮਠਿਆਈ ਡਿੱਗੂਗੀ। ਫਰਕ ਸੀ ਫਰਕ। ਤੇ ਬਾਬਾ ਸ੍ਰੀ ਚੰਦ ਜੀ ਕਹਿੰਦੇ ਬਾਪੂ ਜੀ ਜੇ ਕਿੱਕਰਾਂ ਨੂੰ ਮਠਿਆਈਆਂ ਲੱਗਣ, ਲਾਹੌਰ ਦੇ ਹਲਵਾਈਆਂ ਦੀਆਂ ਦੁਕਾਨਾਂ ਬੰਦ ਹੋ ਜਾਣ, ਅਜ ਕੇ ਆਖੋ ਸਤਿਨਾਮ, ਫਿਰ ਦੁਕਾਨਾਂ ਕਿੱਥੇ ਚੱਲਣੀਆਂ? ਫਿਰ ਹਲਵਾਈਆਂ ਦੀ ਲੋੜ ਹੀ ਨਹੀਂ। ਕਦੇ ਕਿੱਕਰਾਂ ਨੂੰ ਮਠਿਆਈਆਂ ਲੱਗੀਆਂ, ਅੱਗੇ ਸੰਗਤ ਭੁੱਖੀ ਮਰਦੀ ਹੈ। 2 ਦਿਨ ਹੋ ਗਏ ਲੰਗਰ ਛਕੇ ਨੂੰ, ਤੁਸੀਂ ਹੁਕਮ ਕਰੋ ਲੰਗਰ ਪੱਕ ਜਾਵੇ। ਕਹਿੰਦੇ ਲੰਗਰ ਨਹੀਂ ਪਕਾਉਣਾ, ਮਠਿਆਈ ਛਕਾਉਣੀ ਹੈ, ਉੱਪਰ ਚੜ। ਕਹਿੰਦਾ ਬਾਪੂ ਜੀ ਨਹੀਂ, ਕਦੇ ਕਿੱਕਰਾਂ ਨੂੰ ਮਠਿਆਈ ਲੱਗੀ ਨਹੀਂ, ਤੁੱਕੇ ਲੱਗਦੇ ਨੇ, ਸੂਲਾਂ ਲੱਗਦੀਆਂ ਨੇ। ਕੋਲ ਖੜੇ ਛੋਟੇ ਪੁੱਤਰਾ ਤੂੰ ਦੇ ਹਲੂਣਾ। ਉਹ ਕਹਿੰਦਾ ਬਾਪੂ ਜੀ ਵੱਡਾ ਵੀਰ ਠੀਕ ਕਹਿੰਦਾ, ਉਹਨੇ ਵੀ ਹੋਈ ਹਾਂ ਚਾਹ ਰਲਾਤੀ। ਜਦ ਆਈ ਬਾਬਾ ਲਹਿਣਾ ਜੀ ਦੀ ਵਾਰੀ, ਲੈਣਿਆ ਤੂੰ ਹਲੂਣਾ ਦੇ। ਜੋੜਾ ਖੋਲ ਕੇ ਚੜਨ ਲੱਗੇ ਕਿੱਕਰ ਪਰ, ਬਾਬਾ ਸ੍ਰੀ ਚੰਦ ਜੀ ਨੇ ਬਾਂਹ ਤੋਂ ਫੜ ਲਏ। ਉਹ ਪੁਰਖਾ ਕਦੇ ਕਿੱਕਰਾਂ ਨੂੰ ਮਠਿਆਈਆਂ ਲੱਗੀਆਂ? ਸਾਡਾ ਕਹਿਣਾ ਤਾਂ ਸਾਡਾ ਬਾਪੂ ਮੰਨਦਾ ਨਹੀਂ, ਤੇਰਾ ਬਚਨ ਮੰਨਦਾ। ਕਹਦੇ ਮੂੰਗੀ ਦੀ ਦਾਲ ਧਰਾ ਦੇਵੇ, ਕਿਉਂ ਸੰਗਤ ਭੁੱਖੀ ਮਾਰੀ ਹੈ। ਅਜ ਕੇ ਆਖੋ ਸਤਿਨਾਮ, 2 ਦਿਨ ਹੋ ਗਏ ਲੰਗਰ ਛਕੇ ਤੋਂ, ਤੂੰ ਉੱਪਰ ਚੜ੍ਹਨ ਲੱਗੇ, ਕਦੇ ਕਿੱਕਰ ਨੂੰ ਮਠਿਆਈ ਲੱਗੀ ਹੈ? ਬਾਬਾ ਲਹਿਣਾ ਸਾਹਿਬ ਜੀ ਕਹਿੰਦੇ ਬਾਬਾ ਜੀ ਮਹਾਂਪੁਰਸ਼ੋ ਤੁਸੀਂ ਸੱਚ ਬੋਲਦੇ ਹੋ, ਕਿੱਕਰ ਨੂੰ ਕਦੇ ਮਠਿਆਈ ਨਹੀਂ ਲੱਗੀ। ਇਹ ਬਾਬਾ ਲਹਿਣਾ ਜੀ ਦੇ ਬਚਨ ਨੇ।
ਕਿਕਰਾਂ ਨੂੰ ਉਠਿਆਈ ਨਹੀਂ ਲੱਗਦੀ। ਬਾਬਾ ਸ੍ਰੀ ਚੰਦ ਜੀ ਕਹਿੰਦੇ ਨਾਲੇ ਮੰਨਦਾ ਮਠਿਆਈ ਨਹੀਂ ਲੱਗਦੀ ਤੇ ਨਾਲੇ ਕਿਕਰ ਪਰ ਨੂੰ ਚੜ੍ਹਨ ਲੱਗਿਆ ਲੂਣਾ ਦੇਣ। ਇਹ ਦੋ ਗੱਲਾਂ ਕਿਵੇਂ ਹੋਣ ਲੱਗੀਆਂ? ਜਾਂ ਤਾਂ ਕਹੋ ਲੱਗਦੀ ਹੈ, ਜੇ ਨਹੀਂ ਲੱਗਦੀ ਫਿਰ ਉੱਪਰ ਨੂੰ ਕਾਹਨੂੰ ਚੱਲੇ? ਸੁਣਿਓ ਸਿੱਖੀ ਕੀ ਹੈ। ਬਾਬਾ ਲਹਿਣਾ ਜੀ ਕਹਿੰਦੇ ਮਹਾਂਪੁਰਸ਼ੋ ਮੈਨੂੰ ਮਠਿਆਈ ਨਾਲ ਤਾਂ ਮਤਲਬ ਹੀ ਨਹੀਂ ਹੈ। ਮਠਿਆਈ ਡਿੱਗੇ ਨਾ ਡਿੱਗੇ, ਮੈਨੂੰ ਗੁਰੂ ਦੇ ਹੁਕਮ ਨਾਲ ਮਤਲਬ ਹੈ। ਅੱਜ ਕੇ ਆਖੋ ਸਤਿਨਾਮ। ਇੱਥੇ ਖੜਦੀ ਹੈ ਸਿੱਖੀ। ਮੈਨੂੰ ਕੀ ਮਤਲਬ ਮਠਿਆਈ ਦੇ ਨਾਲ? ਮੈਨੂੰ ਗੁਰੂ ਨੇ ਕਿਹਾ ਲੂਣਾ ਦੇ ਡਿੱਗੂਗੀ। ਗਾਹਲੀ ਗੱਲ ਸੁਣ ਲਿਓ, ਜੇ ਨਾ ਡਿੱਗੀ ਤੇ ਜਿਹੜਾ ਕਹਿੰਦਾ ਉਹਨੂੰ ਫਿਕਰ ਹੋਊ, ਮੈਂ ਕਾਹਨੂੰ ਫਿਕਰ ਕਰਾਂ? ਅੱਜ ਕੇ ਆਖੋ ਸਤਿਨਾਮ। ਮੈਂ ਉਹ ਕਹਿੰਦੇ ਤਾਂ ਬਾਪੂ ਨਾਨਕ ਐਵੇਂ ਡਿੱਗੂਗੀ, ਜੇ ਨਾ ਡਿੱਗੀ ਤੇ ਉਹਨੂੰ ਚਿੰਤਾ ਹੋਊ। ਮੈਨੂੰ ਕੇਵਲ ਹਲੂਣਾ ਦੇਣ ਦਾ ਹੁਕਮ ਹੈ। ਮਠਿਆਈ ਡਿੱਗੇ ਨਾ ਡਿੱਗੇ ਮੇਰਾ ਇਹਦੇ ਨਾਲ ਕੋਈ ਮਤਲਬ ਨਹੀਂ। ਕਦੇ ਆਊਗੀ ਭਾਵਨਾ ਸਾਨੂੰ, ਕਦੇ ਬਣੂਗੀ ਸ਼ਰਧਾ ਸਾਡੀ ਨਹੀਂ। ਨਹੀਂ, ਅਸੀਂ ਤਾਂ ਗੁਰੂ ਦੇ ਹੁਕਮ ਨੂੰ ਪਹਿਲਾਂ ਆਪਣੀ ਅਕਲ ਦੀ ਤਖੜੀ 'ਚ ਪਾ ਕੇ ਤੋਲਾਂਗੇ। ਅਕਲ ਤੇ ਇੱਕ ਦਿਨ ਤੁਹਾਨੂੰ ਵਚਨ ਕੀਤਾ ਸੀ, ਜਿੱਥੇ ਅਕਲ ਉੱਥੇ ਪ੍ਰੇਮ ਨਹੀਂ ਹੁੰਦਾ। ਅੱਜ ਕੇ ਆਖੋ ਸਤਿਨਾਮ। ਅਕਲ ਤੇ ਪ੍ਰੇਮ ਕਦੇ ਵੀ ਦੋਵੇਂ ਇਕੱਠੇ ਨਹੀਂ ਰਹਿੰਦੇ। ਅਕਲ ਆ ਗਈ ਪ੍ਰੇਮ ਗਿਆ, ਪ੍ਰੇਮ ਆ ਗਿਆ ਅਕਲ ਗਈ। ਤੁਹਾਡੇ 'ਚ ਕੋਈ ਫੌਜੀ ਬੈਠਾ ਹੋਵੇ ਨਾ, ਬੜੀ ਕੁਰਬਾਨੀ ਹੈ ਫੌਜੀਆਂ ਦੀ, ਬਹੁਤ ਦੇਣ ਨੇ। ਪਰ ਮੈਂ ਉਹਨਾਂ ਤੋਂ ਪਹਿਲਾਂ ਮਾਫੀ ਮੰਗ ਲੈਣਾ। ਬਾਹਰ ਵੀ ਸੁਣਦੇ ਆ ਬਹੁਤ, ਪਹਿਲਾਂ ਹੀ ਮਾਫੀ ਮੰਗ ਲੈਂਦਾ। ਫੌਜੀ ਤੇ ਅਕਲ ਵੀ ਇਕੱਠੇ ਨਹੀਂ ਰਹਿੰਦੇ। ਅੱਜ ਕੇ ਆਖੋ ਸਤਿਨਾਮ। ਇਹ ਦੋ ਇਕੱਠੇ ਰਹਿ ਨਹੀਂ ਸਕਦੇ। ਇਹਨੂੰ ਸਮਝਿਓ। ਇਹ ਨਹੀਂ ਕਿ ਫੌਜੀਆਂ ਨੂੰ ਅਕਲ ਨਹੀਂ ਹੁੰਦੀ, ਨਹੀਂ ਹੁੰਦੀ ਹੈ। ਅਕਲ ਵਰਤੇਗਾ ਨਹੀਂ ਫੌਜੀ। ਜੇ ਅਕਲ ਵਰਤੇ, ਕਮਾਂਡਰ ਤੇ ਕਹੇ ਤੇ ਛਾਤੀ 'ਚ ਗੋਲੀ ਖਾ ਲਵੇ, ਸ਼ਹੀਦ ਹੋ ਜਾਵੇ। ਜਿਹੜੇ ਅਕਲ ਵਰਦੇ ਨਾ ਫੌਜੀ, ਉਹ ਤਾਂ ਜੰਗ ਦਾ ਨਾਮ ਸੁਣਿਆ ਨਹੀਂ, ਪਹਿਲਾਂ ਹੀ ਛੁੱਟੀ ਦੀ ਐਪਲੀਕੇਸ਼ਨ ਦੇ ਦਿੰਦੇ ਆ। ਮੇਰੀ ਘਰ ਵਾਲੀ ਮਰਨ ਵਾਲੀ ਹੈ, ਮੈਨੂੰ ਛੁੱਟੀ ਦੇ ਦਿਓ। ਅੱਜ ਕੇ ਆਖੋ ਸਤਿਨਾਮ। ਅਕਲ ਤੇ ਪ੍ਰੇਮ, ਅਕਲ ਤੇ ਹੁਕਮ। ਕਦੇ ਜੇ ਅਕਲ ਵਰਤੋਂਗੇ ਗੁਰੂ ਦਾ ਹੁਕਮ ਨਹੀਂ ਵਰਤਿਆ ਜਾਣਾ। ਅਕਲ ਚੱਕੀ ਫਿਰੋ। ਇਹ ਤਾਂ ਇੰਨੀ ਭੈੜੀ ਚੀਜ਼ ਹੈ ਤਾਂ ਚੰਗੀ। ਤੁਹਾਡੇ ਦਰਵਾਜ਼ੇ ਤੇ ਕੋਈ ਮੰਗਤਾ ਆ ਗਿਆ, ਪਾਟੇ ਕੱਪੜੇ, ਟੁੱਟੀ ਜੁੱਤੀ, ਭੁੱਖਣ ਭਾਣਾ, ਕਰਤੀ ਦੁਆ, ਕੋਈ ਦੇ ਟੁੱਕੜ ਖਾਣਾ, ਰੁਪਈਆ ਦੇ ਦੇ। ਉਹਦੀ ਤਰਸਯੋਗ ਹਾਲਤ ਦੇਖ ਕੇ ਤੁਸੀਂ ਬੋਝੇ ਚੋਂ ਰੁਪਈਆ ਕੱਢ ਲਓਗੇ, ਪੌਂਡ ਕੱਢ ਲਓਗੇ। ਪਰ ਜਦ ਦਓਗੇ ਕਦ, ਜੇਬ ਵਿੱਚ ਅਕਲ ਨਾ ਆਈ, ਫਿਰ ਤਾਂ ਜੇਬ ਚੋਂ ਕੱਢਿਆ ਫੜਾ ਦੋਗੇ। ਜੇਬ ਵਿੱਚ ਅਕਲ ਆ ਗਈ, ਉਹਨੇ ਜਦੇ ਡਾਂਗ ਚੱਕ ਲੈਣੀ ਹੈ। ਉਹ ਤੂੰ ਹੱਟਾ ਕੱਟਾ ਫਿਰਦਾ, ਤੂੰ ਕੰਮ ਕਾਤੇ ਨਹੀਂ ਕਰਦਾ? ਅੱਜ ਕੇ ਆਖੋ ਸਤਿਨਾਮ। ਭਲਾ ਚੰਗਾ ਮੰਗਣ ਤੁਰੇ, ਉਹ ਕੱਢਿਆ ਹੋਇਆ ਪੌਂਡ ਵੀ ਮੁੜ ਕੇ ਜੇਬ 'ਚ ਪਵਾ ਦਊਗੀ ਅਕਲ, ਜੇ ਅਕਲ ਵਿੱਚ ਆ ਗਈ। ਹੁਣ ਗੱਲ ਘਰ ਦੀ ਸੁਣ ਲਓ। ਅੱਜ ਭਰਾ ਵਿੱਚ ਪ੍ਰੇਮ ਕਿਉਂ ਨਹੀਂ? ਮਿੱਤਰ ਵਿੱਚ ਪ੍ਰੇਮ ਕਿਉਂ ਨਹੀਂ? ਗੁਰੂ ਚੇਲੇ ਵਿੱਚ ਪ੍ਰੇਮ ਕਿਉਂ ਨਹੀਂ? ਧੀਆਂ ਭੈਣਾਂ ਵਾਲੇ ਆਪਾਂ ਇੱਥੇ ਤਾਂ ਤਰ ਗਏ। ਤੁਹਾਡੇ ਮਨੁੱਖ ਜਿਹੜੇ ਮੁਲਕ ਨੇ, ਇਹ ਪਤਾ ਨਹੀਂ 75, ਪਤਾ ਨਹੀਂ 65 ਕਿੰਨੇ % ਡਿਵੋਰਸ ਹੋ ਰਹੇ ਨੇ। ਗੱਲ ਕੀ ਹੋ ਗਈ? ਕਿਉਂ ਪ੍ਰੇਮ ਨਹੀਂ ਰਿਹਾ ਪਤੀ ਪਤਨੀ ਵਿੱਚ? ਦੋਏ ਅਕਲ ਵਾਲੇ ਹੋ ਗਏ। ਅੱਜ ਕੇ ਆਖੋ ਸਤਿਨਾਮ। ਵਿੱਚ ਅਕਲ ਡਾਂਗ ਲਈ ਖੜੀ ਹੈ। ਜਿੱਥੇ ਅਕਲ ਉੱਥੇ ਪ੍ਰੇਮ ਨਹੀਂ ਰਹੇਗਾ, ਜਿੱਥੇ ਪ੍ਰੇਮ ਉੱਥੇ ਅਕਲ। ਅੱਜ ਗੁਰੂ ਤੋਂ ਸ਼ਰਧਾ ਕਿਉਂ ਟੁੱਟੀ ਜਾਂਦੀ ਹੈ? ਸਿੱਖੀ ਤੋਂ ਬੇਮੁਖ ਕਿਉਂ ਹੁੰਦੇ ਜਾਂਦੇ ਆਪਾਂ? ਇੰਨੀਆਂ ਕੁਰਬਾਨੀਆਂ, ਇੰਨੀ ਦੇਣ, ਚੱਪਾ ਚੱਪਾ ਰੰਗਤਾ ਸਿੱਖਾਂ ਨੇ ਸ਼ਹੀਦਾਂ ਦੇ ਖੂਨ ਨਾਲ, ਤੇ ਅਸੀਂ ਕੀ ਕਰਦੇ ਫਿਰਦੇ ਹਾਂ? ਅਕਲ ਵਰਤਦੇ ਹਾਂ ਆਪਣੀ ਅਕਲ। ਉਹ ਨਹੀਂ ਸਮਾਰਗ ਤੇ ਤੁਰਨ ਦਿੰਦੀ। ਅਕਲੇ ਵਿਚਾਰ ਸਾਗਰ ਪੜ੍ਹਿਆ ਤੁਹਾਡੀ ਕਿਰਪਾ ਨਾਲ, ਪੰਡਿਤ ਕਲਿਆਣ ਸਿੰਘ ਜੀ ਮਹਾਰਾਜ ਵਿਦਿਆ ਸਾਗਰ, ਜਿਨ੍ਹਾਂ ਨੇ ਮੈਨੂੰ ਵਿਚਾਰ ਸਾਗਰ ਪੜ੍ਹਾਇਆ, ਉਹਦੇ ਵਿੱਚ ਲਿਖਿਆ ਕਲਯੁਗ ਵਿੱਚ 1.5 ਅਕਲ ਵਰਤੂਗੀ। 1.5
ਪੁੱਛਣ ਵਾਲੇ ਕਹਿੰਦੇ ਮਹਾਂਪੁਰਸ਼ੋ ਅਕਲ ਵੀ ਕੋਈ ਡਾਲਰ ਹੈ ਜਿਹੜਾ 1.5 ਹੋ ਜੂ? ਅਕਲ ਕੋਈ ਰੋਟੀ ਹੈ ਜਿਹੜੀ ਅੱਧੀ ਤੇ ਇੱਕ ਬਣ ਕੇ 1.5 ਹੋ ਜੂ? ਇਹ ਇੰਗਲੈਂਡ ਦਾ ਪਾਉਂਡ ਥੋੜਾ 50 ਪੈਸਾ ਇੱਕ ਤੇ 1.5 ਹੋ ਗਏ। ਇਹ 1.5 ਕਿਵੇਂ? ਵਿਦਵਾਨ ਕਹਿੰਦਾ 1.5 ਵਰਤੂਗੀ। ਵਰਤ ਰਹੀ ਹੈ ਤੁਹਾਡੇ ਵਿੱਚ। ਕਿਵੇਂ ਵਰਤ ਰਹੀ ਹੈ? ਭਾਵੇਂ ਦੋ ਸਕੇ ਭਰਾ ਖੜੇ ਗੱਲਾਂ ਕਰਦੇ ਆ, ਭਾਵੇਂ ਪਤੀ ਤੇ ਪਤਨੀ ਕਰਦੇ ਨੇ, ਭਾਵੇਂ ਪਿਓ ਤੇ ਪੁੱਤ ਕਰਦੇ ਨੇ, ਭਾਵੇਂ ਟੀਚਰ ਤੇ ਸਟੂਡੈਂਟ ਕਰਦਾ ਹੈ, ਦੋਹਾਂ ਦੇ ਮਨ ਵਿੱਚ ਪੱਕਾ ਭਰੋਸਾ ਹੈ ਕਿ ਮੇਰੇ ਵਿੱਚ ਪੂਰੀ ਹੈ, ਜਿਹੜਾ ਸਾਹਮਣੇ ਖੜਾ ਹੈ ਅੱਧਾ ਹੀ ਹੈ। ਅੱਜ ਕੇ ਆਖੋ ਸਤਨਾਮ। ਹੋ ਗਈ 1.5। ਆਪਣੇ ਚ ਪੂਰੀ, ਦੂਏ ਚ ਅੱਧੀ ਬਣੀ। ਅਰ ਮੈਂ ਤਾਂ ਤੁਹਾਡੇ ਮੂਹਰੇ ਹੱਥ ਬੰਨ੍ਹਦਾ ਵੀ ਜੇ ਤੁਸੀਂ ਅੱਜ ਦੂਜੇ ਨੂੰ ਅੱਧਾ ਵੀ ਸਮਝ ਲਓ ਤਾਂ ਵੀ ਤੁਹਾਡਾ ਪਰਉਪਕਾਰ ਹੈ। ਤੁਸੀਂ ਤਾਂ ਸੁਹਾਗਾ ਹੀ ਫੇਰ ਦਿੰਦੇ, ਤੈਨੂੰ ਆਉਂਦਾ ਹੀ ਕੱਖ ਨਹੀਂ। ਅੱਜ ਕੇ ਆਖੋ ਸਤਨਾਮ। ਅੱਧਾ ਕਿਤੇ ਤੁਸੀਂ ਤਾਂ ਕੁਆਟਰ ਵੀ ਨਹੀਂ ਮੰਨਦੇ। ਇਸੇ ਨੇ ਪੌੜੇ ਪਾਏ ਪਏ। ਆਓ ਜਦੋਂ ਜੁੱਤੀਆਂ ਖੋਲਦੇ ਹੋ ਬਾਹਰ, ਜੋੜੇ ਖਾਨਾ ਬਣੇ ਨਾ, ਉੱਥੇ ਕੱਲੀ ਜੁੱਤੀ ਨਾ ਰੱਖਿਆ ਕਰੋ। ਜਦੋਂ ਗੁਰਦੁਆਰੇ ਬਣੋ ਆਪਣੀ ਅਕਲ ਨੂੰ ਕਹਿ ਦਿਆ ਕਰੋ ਤੂੰ ਵੀ ਇੱਥੇ ਰੈਸਟ ਕਰ। ਉੱਥੇ ਛੱਡਿਆ, ਉੱਥੇ ਛੱਡ ਕੇ ਆਓ ਇੱਥੇ ਜੇ ਕੁਝ ਲੈਣਾ। ਅਣਜਾਣ ਭੋਲੇ ਬੇਵਕੂਫ ਬਿਲਕੁਲ ਅਣਜਾਣ ਬਣ ਕੇ ਆਓ ਜੇ ਇੱਥੇ ਕੁਝ ਲੈਣਾ। ਭਾਵ ਹਿਰਦੇ ਦਾ ਭਾਂਡਾ ਖਾਲੀ ਕਰਕੇ ਆਓ, ਦਿਮਾਗ ਨੂੰ ਬ੍ਰੇਨ ਨੂੰ ਖਾਲੀ ਕਰਕੇ ਆਓ। ਖਾਲੀ ਭਾਂਡੇ ਵਿੱਚ ਭੀਖ ਪਿਆ ਕਰਦੀ ਹੈ। ਅੱਜ ਕੇ ਆਖੋ ਸਤ। ਜਿਹੜਾ ਪਹਿਲਾਂ ਹੀ ਭਰਿਆ ਤੇ ਭਿਕਸ਼ਾ ਕਿੱਥੇ ਮਿਲੂਗੀ? ਇਹਨੂੰ ਉੱਥੇ ਹੀ ਰੱਖਿਆ ਕਰੋ ਤੇ ਕਹਿ ਦਿਆ ਕਰੋ ਜਿਵੇਂ ਜੁੱਤੀ ਨੂੰ ਜਾਣ ਲੱਗਿਆ ਲਿਜਾਵਾਂਗਾ ਤੈਨੂੰ ਵੀ ਜਾਣ ਲੱਗਿਆ ਲਿਜਾਊਂ। ਤੂੰ ਰੈਸਟ ਕਰ ਥੋੜ੍ਹੀ ਜਿਹੀ। ਤੁਸੀਂ ਵੀ ਇੱਥੇ ਇੱਕ ਨੁਕਤਾ ਕਰੋ, ਨੁਕਤਾਚੀਨੀ ਕਰੋਗੇ ਫਿਰ ਗੁਰਦੁਆਰੇ ਆਉਣ ਦਾ ਕੀ ਫਾਇਦਾ ਹੋਇਆ? ਨਾਲ ਜਾਣ ਲੱਗੇ ਫੇਰ ਲੈ ਗਏ। ਗੱਲ ਤਾਂ ਬਣੀ ਨਾ। ਸਿਆਣੇ ਬੈਠੇ ਹੋ। ਜੇ ਤੁਸੀਂ ਅਕਲ ਛੱਡ ਕੇ ਇੱਥੇ ਆ ਗਏ ਨਾ, ਉਹਨੂੰ ਮੁੜ ਕੇ ਲਿਜਾਣ ਦੀ ਲੋੜ ਹੀ ਨਹੀਂ ਪੈਣੀ। ਅੱਜ ਕੇ ਆਖੋ ਸਤਿਨਾਮ। ਗੁਰੂ ਦੀ ਮੱਤ ਮਿਲ ਜਾਣੀ, ਉਹ ਤਾਂ ਕੱਖ ਵੀ ਨਹੀਂ ਇਹਦੇ ਸਾਹਮਣੇ। ਸਤਿਗੁਰ ਗੁਰੂ ਨਾਨਕ ਦੇਵ ਜੀ, ਬਾਬਾ ਲਹਿਣਾ ਜੀ ਕਿਉਂ ਪਰਖ ਵਿੱਚ ਪੂਰੇ ਹੋਏ? ਬਾਬਾ ਸ੍ਰੀ ਚੰਦ ਜੀ ਮੈਨੂੰ ਕੀ ਮਤਲਬ ਹੈ ਮਠਿਆਈ ਡਿੱਗੇ ਨਾ ਡਿੱਗੇ, ਮੈਂ ਕਿਉਂ ਸੋਚਾਂ? ਮੈਂ ਤਾਂ ਗੁਰੂ ਦਾ ਹੁਕਮ ਮੰਨਣਾ। ਇੱਥੇ ਆ ਜਾਓ, ਛੱਡ ਦੋ ਆਪਣੀ ਮਤ ਨੂੰ। ਮਨ ਕੀ ਮਤ ਤੇ ਆਗੋ ਹਰ ਜਨ ਇਹਾ ਬਾਤ ਕਠੇ ਨਹੀਂ ਰੇ। ਕਠਨ ਛੱਡੀ ਨਹੀਂ ਜਾਂਦੀ। ਪਰ ਜਿਨ੍ਹਾਂ ਨੇ ਛੱਡਤੀ, ਗੁਰੂ ਦੀ ਮਤ ਲੈ ਲਈ, ਤੋ ਸਾਰੀ ਪੜ ਲਿਓ। ਨਿਹਾਲ 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 3 ਵਾਰ। ਤਿੰਨੇ ਅਵਸਥਾ ਨਿਹਾਲ, ਤਿੰਨੇ ਜਨਮ ਨਿਹਾਲ। ਜਿਨ੍ਹਾਂ ਨੇ ਗੁਰੂ ਦੀ ਮਤ ਲੈ ਲਈ, ਬਖਸ਼ ਦਿੱਤੀ ਗੱਦੀ। ਕਿਉਂ? ਆਪਣੀ ਮਤ ਛੱਡ ਦਿੱਤੀ। ਫੌਜੀ ਆਪਣੀ ਮਤ ਨਹੀਂ ਵਰਤ ਸਕਦਾ। ਜੋ ਕਮਾਂਡਰ ਨੇ ਹੁਕਮ ਕਰਤਾ ਸਤ ਯੈਸ, ਉੱਥੇ ਨੋ ਹੈ ਹੀ ਨਹੀਂ। ਤੇ ਤੁਹਾਨੂੰ ਵੀ ਬੇਨਤੀ ਹੈ, ਜੇ ਸਿੱਖ ਬਣਨੇ ਯੈਸ ਤੇ ਆ ਜਾਓ। ਅੱਜ ਕੇ ਆਖੋ ਸਤਿਨਾਮ। ਜੋ ਗੁਰੂ ਨੇ ਕਹਿਤਾ ਹਾਂ। ਦੋਹਾਂ ਦਾ ਫਰਕ ਕੀ ਹੈ? ਪੜ੍ਹੇ ਲਿਖੇ ਬੈਠੇ ਹੋ। ਜਿਹੜੀ ਹਾਂ ਹੈ ਨਾ, ਇਹ ਹਿਰਦੇ ਵਿੱਚੋਂ ਨਿਕਲਦੀ ਹੈ। ਜਿਹੜੀ ਨਾ ਹੈ ਦਿਮਾਗ ਵਿੱਚੋਂ ਨਿਕਲਦੀ ਹੈ। ਬਚਨ ਨਾ ਮੋੜਨਾ, ਨਾ ਮੰਨਣਾ, ਨਾ ਨੋ ਹਮੇਸ਼ਾ ਅਕਲ ਵਿੱਚੋਂ ਨਿਕਲੂਗੀ। ਯੈਸ ਤੇ ਹਾਂ ਹਿਰਦੇ ਦੀ ਵੇਦਨਾ ਪ੍ਰੇਮ ਵਿੱਚੋਂ ਨਿਕਲੇਗੀ। ਜੇ ਹੁਕਮ ਮੰਨਣਾ ਇਹਨੂੰ ਛੱਡ ਕੇ ਆਓ। ਛੱਡ ਦਿੱਤੀ ਬਾਬਾ ਲਹਿਣਾ ਜੀ ਨੇ। ਜਾਂ ਸੁਧੂਸ ਤਾਂ ਲਹਿਣਾ ਟਿਕਿਓ ਨਾ। ਕੈਸਾ ਬਚਨ ਕੀਤਾ? ਪਰਖਾਂ ਹੋ ਗਈਆਂ। ਜਦੋਂ ਪਰਖ ਲਿਆ ਕਿ ਲਹਿਣਾ ਸੁਧ ਹੋ ਗਿਆ। ਦੇਖੋ ਕੈਸਾ। ਜਾਂ ਸੁਧੋਸ਼ ਐਨ ਸੁਧ ਕਰਤਾ।
12 ਵਾਰ ਪੈ ਕੇ ਅੱਗ ਦੇ ਵਿੱਚ ਸਿਉਣਾ ਸੁੱਧ ਹੁੰਦਾ 12 ਬੰਨੀ ਦਾ। ਬਨੀਸ਼ ਚੜਾਇਆ ਮਹਾਰਾਜ ਦੀ ਬਾਣੀ ਵਿੱਚ ਆਉਂਦੇ ਗੁਰੂ ਨਾਨਕ ਨੇ ਵੀ 12 ਹੀ ਪਰਖਾਂ ਕੀਤੀਆਂ ਲਹਿਣਾ ਜੀ ਦੀਆਂ। ਦੇਖ ਲਿਓ ਇਤਿਹਾਸ ਪੜ੍ਹ ਕੇ, ਇੱਕ ਤੇ ਇੱਕ ਗਾਹਾਂ ਪਰਖ। ਜਦ ਪਰਖਾਂ ਵਿੱਚ ਪੂਰਾ ਜਿਹੜਾ 12 ਵਾਰ ਭੱਟੀ ਚ ਨੂੰ ਸਿਉਣਾ ਨਿਕਲ ਲਵੇ, ਪੂਰਾ 24 ਕਰੇਟ ਉਹਦੇ ਵਿੱਚ ਮੈਲ ਨਹੀਂ ਰਹਿੰਦੀ, ਫਿਰ ਸੁੱਧ। ਜਦੋਂ ਬਾਬਾ ਲਹਿਣਾ 12 ਬੰਨੀ ਦਾ ਸਿਉਣਾ ਬਣ ਗਿਆ ਜਾਂ ਸੁਦੋਸ਼, ਤਾਂ ਲਹਿਣਾ ਕਦੋਂ ਗੱਦੀ ਦਿੱਤੀ? ਜਦੋਂ ਗੁਰੂ ਨਾਨਕ ਦੇਵ ਜੀ ਨੇ ਦੇਖ ਲਿਆ ਲਹਿਣਾ ਸੁੱਧ ਹੋ ਗਿਆ। ਸੁੱਧ ਤੇ ਜਿੱਦਣ ਤੁਹਾਡਾ ਮਨ ਵੀ ਸੁੱਧ ਹੋ ਗਿਆ ਨਾ, ਰੱਬ ਨੂੰ ਟੋਲਣ ਦੀ ਲੋੜ ਨਹੀਂ, ਰੱਬ ਨੂੰ ਲੱਭਣ ਦੀ ਲੋੜ ਨਹੀਂ, ਉਹਨੂੰ ਹਾਕਾਂ ਮਾਰਨ ਦੀ ਲੋੜ ਨਹੀਂ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਫਿਰ ਰੱਬ ਪਿੱਛੇ ਹਾਕਾਂ ਮਾਰਦਾ ਫਿਰੂਗਾ, ਕਬੀਰ ਖੜ ਜਾ, ਮੈਂ ਤੇਰੇ ਦਰਸ਼ਨ ਕਰਨ ਆਇਆ ਅੱਜ ਕੇ ਆਖੋ ਸਭ। ਜਾਂ ਸੁਦੋਸ਼ ਤਾਂ ਲੈਣਾ ਟਿਕੇ ਹੋਣ, ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ। ਜਦੋਂ ਗੁਰਗੱਦੀ ਬਖਸ਼ ਦਿੱਤੀ ਕਰਤਾਰਪੁਰ ਸਾਹਿਬ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੱਦੀ ਬਖਸ਼ਣ ਤੋਂ ਪਹਿਲਾਂ ਬਚਨ ਕਰ ਦਿੱਤਾ ਸੀ, ਤੁਸੀਂ ਕਰਤਾਰਪੁਰ ਸਾਹਿਬ ਨਹੀਂ ਰਹਿਣਾ, ਤੁਸੀਂ ਖਡੂਰ ਸਾਹਿਬ ਜਾ ਕੇ। ਆਨ ਖੰਡੂਰ ਹੈ ਜੋਤ ਜਗਾਈ ਭਾਈ ਗੁਰਦਾਸ ਜੀ। ਫੇਰ ਵਸਾਇਆ, ਕਿਉਂਕਿ ਪਹਿਲਾਂ ਵੀ ਉੱਥੇ ਰਹਿ ਚੁੱਕੇ ਸੀ। ਸਾਰੀ ਬਰਕਤ ਖੰਡੂਰ ਸਾਹਿਬ ਤੋਂ ਮਿਲੀ ਸੀ। ਜੇ ਯਾਦ ਰੱਖੋ, ਹੱਟੀ ਕਰਦੇ ਹੁੰਦੇ ਸੀ ਬਾਬਾ ਲਹਿਣਾ ਜੀ ਖੰਡੂਰ ਸਾਹਿਬ, ਤੇ ਖੰਡੂਰ ਸਾਹਿਬ ਦੇ ਇੱਕ ਸਿੱਖ ਸੀ ਭਾਈ ਜੋਧ ਜੀ, ਜਿਹੜੇ ਗੁਰੂ ਨਾਨਕ ਦੀ ਸੰਗਤ ਕਰ ਚੁੱਕੇ ਸੀ, ਸਿੱਖੀ ਮਿਲ ਚੁੱਕੀ ਸੀ ਜਿਨ੍ਹਾਂ ਨੂੰ। ਬਾਬਾ ਲਹਿਣਾ ਨੂੰ ਨਹੀਂ ਸੀ ਪਤਾ ਅਜੇ ਸਿੱਖੀ ਕੀ ਹੁੰਦੀ ਹੈ। ਦੁਕਾਨ ਤੁਹਾਨੂੰ ਪਤਾ ਹੀ ਹੈ, ਮੇਰੇ ਹਾਣਦਿਆਂ ਨੂੰ ਦਿਨ ਚੜ੍ਹਨ ਤੋਂ ਪਹਿਲਾਂ ਤੜਕੇ ਤੜਕੇ ਦੁਕਾਨ ਖੋਲ ਕੇ ਸਾਫ਼ ਕਰਦੇ ਹੁੰਦੇ ਸੀ ਦੁਕਾਨਦਾਰ। ਤੇ ਜਿਹੜੇ ਆਪਾਂ ਸੀ ਖੇਤੀ ਕਰਨ ਵਾਲੇ, ਦਿਨ ਚੜ੍ਹਦੇ ਨੂੰ ਤਾਂ ਪਹਿਲੀ ਦੌੜੀ ਆ ਜਾਂਦੀ ਸੀ, ਅੱਜ ਕੇ ਆਖੋ ਸਤਿਨਾਮ। ਦਿਨ ਚੜ੍ਹਦੇ ਨੂੰ ਤਾਂ ਇੱਕ ਬੀਘਾ ਸਿੰਜਦੀ ਦਾ ਸੀ ਹਲਟ ਦੇ ਨਾਲ। ਆ ਹੁਣ ਕਹਿੰਦੇ ਜੱਟ ਕਰਜਈ ਹੋ ਗਏ, ਹੋਏ ਵੇ ਆ ਕਹਿੰਦੇ ਕੀ। ਪਰ ਮੈਂ ਤਾਂ ਜੱਟਾਂ ਨੂੰ, ਕਿਉਂਕਿ ਮੈਨੂੰ ਪਤਾ ਹੈ ਖੇਤੀ ਕਰਨ ਦਾ, ਹੁਣ ਵੀ ਖੇਤੀ ਕਰਦਾ ਮੈਂ, ਮੈਨੂੰ ਪਤਾ ਹੈ ਕਿ ਹਾਲ ਹੈ ਜੱਟਾਂ ਦਾ। ਤੁਹਾਨੂੰ ਇੱਕ ਬੇਨਤੀ ਕਰਦਾ ਮੈਂ ਕਿ ਸੰਗਰਾਂਦ ਨੂੰ ਭਾਵੇਂ ਹੋਰ ਕੋਈ ਅਰਦਾਸਾਂ ਕਰਿਆ ਕਰੋ। ਹੁਣ ਇੱਕ ਅਰਦਾਸ ਕਰੇ, ਇੰਗਲੈਂਡ ਵਾਲਿਓ ਤੁਹਾਡਾ ਵੀ ਇਹੀ ਹਾਲ ਹੈ। ਕੀ ਅਰਦਾਸ? ਕਿ ਸੱਚੇ ਪਾਤਸ਼ਾਹ ਮੇਰਾ ਟਰੈਕਟਰ ਵੀ ਬੈਂਕ 'ਚ ਹੈ, ਮੇਰੇ ਕੀਲੇ ਵੀ ਬੈਂਕ 'ਚ ਹੈ, ਮੇਰੀ ਕੋਠੀ ਵੀ ਬੈਂਕ 'ਚ ਹੈ, ਉੱਥੇ ਪੰਜਾਬ ਜਿਹੜੀਆਂ ਮਹਿਸ਼ਾਂ ਖਰੀਦਦੇ ਉਹ ਵੀ ਬੈਂਕ 'ਚ ਹੈ, ਬੈਂਕ 'ਚ ਮੇਰਾ ਹੋਰ ਤਾਂ ਸਭ ਕੁਝ ਬੈਂਕ 'ਚ ਹੈ, ਮੈਨੂੰ ਬਾਹਰ ਰੱਖ ਲਈ ਅੱਜ ਕੇ ਆਖੋ ਸਤਿਨਾਮ। ਇਹ ਅਰਦਾਸ ਕਰਿਆ ਕਰੋ, ਇਹ ਹਾਲ ਬਣਿਆ ਵਾ ਤੁਹਾਡਾ। ਇੱਥੇ ਵੀ ਰਹੀ ਜਾਓ ਸਾਰੀ ਜ਼ਿੰਦਗੀ ਇੰਗਲੈਂਡ, ਦੋਏ ਚੀਜ਼ਾਂ ਪੂਰੀਆਂ ਹੋਣੀਆਂ, ਘਰ ਦੀ ਮੌਰਗੇਜ, ਇਹ ਆਕਾਰ ਦੀ ਕਿਸ਼ਤ ਅੱਜ ਕੇ ਆਖੋ ਸਤਿਨਾਮ। ਕਿਸੇ ਕਰਮਾਂ ਵਾਲੇ ਦੀ ਪੂਰੀਆਂ ਹੋਣਗੀਆਂ, ਕਿਉਂਕਿ ਤੁਸੀਂ ਹੋਣ ਨਹੀਂ ਦੇਣੀਆਂ। ਪਹਿਲੇ ਘਰ ਦੀਆਂ ਕਿਸ਼ਤਾਂ ਪੂਰੀਆਂ ਹੋਣ ਲੱਗੀਆਂ, ਗੁਆਂਢੀ ਨੇ ਥੋੜਾ ਜਿਹਾ ਬੜਾ ਲੈ ਲਿਆ, ਜਦੇ ਨੀਂਦ ਆਉਣ ਤੋਂ ਹਟ ਜਾਣੀ ਹੈ, ਜਦੇ ਫੇਰ ਫਸ ਜਾਣਾ ਉਸੇ ਚੱਕਰ ਦੇ ਵਿੱਚ। ਕਿਉਂ ਹੋਈ ਹੈ ਗੱਲ ਇਹ ਪੰਜਾਬ ਵਿੱਚ? ਕੋਈ ਸਰਕਾਰ ਨਹੀਂ ਮਾਰ ਰਹੀ, ਸਰਕਾਰ ਸਿੱਖੀ ਨੂੰ ਮਾਰ ਰਹੀ ਹੈ, ਕਿਰਸਾਨਾਂ ਨੂੰ ਨਹੀਂ ਮਾਰ ਰਹੀ। ਕਿਰਸਾਨ ਕਿਉਂ ਮਰੇ? ਆ ਤੁਹਾਡੇ ਮੁੰਡੇ ਜਿਹੜੇ ਉੱਥੇ ਹੈਗੇ ਹੁਣ ਆਪਣੇ ਕੰਮ ਕਰਨਾ ਛੱਡਤਾ, ਆ ਹੈ ਮੇਨ ਕਾਰਨ। ਕੰਮ ਕਰਨਾ ਛੱਡਿਆ, ਵੇਲੇ ਹੋ ਗਏ। ਵੇਲਾ ਦਿਮਾਗ ਸ਼ੈਤਾਨ ਦਾ ਘਰ। ਉਸ ਵੇਲੇਪਣ ਨੇ ਅਮਲ ਬੁਰਾਈਆਂ ਬੱਚਿਆਂ ਵਿੱਚ ਪੈਦਾ ਕੀਤੀਆਂ। ਵੇਲਾ ਕਰੂਗਾ ਕੀ ਹੋਰ?
ਪਹਿਲਾਂ ਤਾਂ ਖੇਤ ਵਿੱਚ ਜਾਣਾ ਨਹੀਂ, ਬਾਪੂ ਜਾਵੇ ਨਾ ਜਾਵੇ, ਭਈਏ ਜਾਣ ਨਾ ਜਾਣ। ਜੇ ਕਿਤੇ ਬਾਪੂ ਕਹਿ ਦੇਵੇ ਜਾਓ ਮੁੰਡਿਆ ਕਣਕ ਵੱਢਦੇ ਆ, ਭਈਏ ਚਾਹ ਦੇ ਆ, ਤਾਂ ਮੁੰਡੇ ਸਾਡੇ ਚਾਹ ਨਹੀਂ ਵੇਖਦੇ ਵੀ ਗਰਮ ਹੈ ਕਿ ਠੰਡੀ ਹੈ, ਪਹਿਲਾਂ ਦੇਖਣਗੇ ਸਕੂਟਰ 'ਚ ਤੇਲ ਹੈਗਾ ਕਿ ਨਹੀਂ। ਫਿਰ ਕਹਿੰਦੇ ਅਸੀਂ 6 ਰੁਪਏ ਦੀ ਚਾਹ ਨਹੀਂ, 15 ਦਾ ਪੈਟਰੋਲ ਫੂਕ ਦੇਣਾ ਹੈ, ਅੱਜ ਕੇ ਕੋ ਸਤਨਾਮ। ਫਿਰ ਕਹਿੰਦੇ ਅਸੀਂ ਕਰਜਾਈ, ਟਰੈਕਟਰ ਬਾਜ਼ਾਰਾਂ 'ਚ ਕਮਾਈ ਜਾਣੇ, ਟਰੈਕਟਰ ਦਾ ਖੇਤ ਤੋਂ ਬਿਨਾਂ ਕੰਮੇ ਨਹੀਂ ਚਲਾਉਣ ਦਾ ਗੁਰਸਿੱਖ ਪਿਆਰਿਓ। ਜਿਹਨੇ ਟਰੈਕਟਰ ਰੱਖਣਾ ਹੋਵੇ, ਅਸੀਂ ਸੈਰ ਸਪਾਟੇ ਨੂੰ ਤੁਰ ਪਏ, ਫਲਾਣੇ ਤੋਂ ਗਾਉਣ ਵਾਲੀ ਸੁਣਨੀ ਹੈ, ਫਲਾਣੇ ਤੋਂ ਛਿੰਝ ਪੈਂਦੀ ਹੈ, ਬੈਠੋ ਟਰੈਕਟਰ ਤੇ। ਕੋਈ ਕਾਰਨ ਹੋਇਆ ਤਾਂ ਹੀ ਕਰਜਾਈ ਹੋਏ ਆਪਾਂ, ਕੰਮ ਕਰਨਾ ਛੱਡ ਦਿੱਤਾ, ਬੈਠੇ ਹੀ ਕਰ ਕਹਿ ਦਿੰਦੇ ਜਾਓ ਭਈਏ, ਪਾਇਆ 5 ਜੂਰੇ ਦੇ ਥੈਲੇ, ਨਾਲ ਨਹੀਂ ਜਾਣਾ। ਭਈਆ ਤੁਹਾਨੂੰ ਇਹੋ ਜਿਹਾ ਕਿਹੜਾ ਰੱਬ ਮਿਲੂਗਾ, ਉਹਨੇ 5 ਚੋਂ 3 ਪਾਉਣੇ, 2 ਗੁਆਂਢੀ ਨੂੰ ਇਹ ਵੇਚ ਦੇਣੇ ਆ। ਅੱਜ ਕੇ ਆਖੋ ਸਤਨਾਮ। ਜਿਹੜਾ 400 ਦਾ ਆਉਂਦਾ 150 ਨੂੰ ਦੇ ਦੇਣਾ, ਉਹਨੇ ਨੱਟ ਕੇ ਲੈ ਲੈਣੇ। ਇਹ ਸਾਡੀਆਂ ਧੀਆਂ ਭੈਣਾਂ ਨੇ ਬਹੁਤ ਕੰਮ ਵਿਗਾੜਿਆ ਪੰਜਾਬ 'ਚ, ਇਹ ਵੀ ਭਈਆਂ ਦੇ ਆਸਰੇ। ਧਾਰ ਵੀ ਮਹਿਸ ਦੀ ਭਈਏ ਕੱਢਦੇ ਨੇ। ਭਈਏ ਬੀਬੀਓ ਤੁਸੀਂ ਤਾਂ ਇੰਗਲੈਂਡ ਰਹਿੰਦੀਆਂ ਜਾਂਦੀਆਂ ਉੱਥੇ, ਹੁਣ ਜਿਹੜਾ ਮਹਿਸ ਚੋ ਕੇ ਭਈਆ ਲਿਆਊਗਾ ਨਾ, ਉਹ ਤੁਹਾਨੂੰ ਭੋਗ ਪਹਿਲਾਂ ਆਪ ਲਾ ਕੇ ਤਾਂ ਹੀ ਸਿਖਾਊਗਾ। ਅੱਜ ਕੇ ਆਖੋ ਸਤਨਾਮ। ਐਸਾ ਭਈਆ ਕਿਹੜਾ ਮਿਲ ਜੂ ਤੁਹਾਨੂੰ ਜਿਹੜਾ ਬਾਲਟੀ ਭਰੀ ਭਰਾਈ ਤੁਹਾਨੂੰ ਲਿਆ ਦੇਵੇ। ਪਹਿਲਾਂ ਰਸਤੇ 'ਚ ਗੱਫਾ ਆਪ ਲਾਊਗਾ, ਸਣੇ ਬਾਲਟੀ। ਦੇਖੋ ਕੀ ਹਾਲ ਹੋਇਆ। ਗੁਰੂ ਨਾਨਕ ਦਾ ਕਹਿਣਾ ਭੁੱਲ ਗਏ ਤੁਸੀਂ, ਕਿਰਤ ਕਰੋ। ਅਰੇ ਇੱਥੇ ਤੁਸੀਂ ਕਾਮਯਾਬ ਕਿਉਂ? 2 ਮਿੰਟ ਇੱਧਰ ਉੱਧਰ ਹੋ ਕੇ ਤਾਂ ਦਿਖਾਓ ਕੰਮ ਤੋਂ, ਤਾਂ ਹੀ ਕਾਮਯਾਬ ਹੈ। ਇੱਥੇ ਵੀ ਮੈਨੂੰ ਮਿਲੇ ਹੈ, ਅਮਰੀਕਾ ਕੈਨੇਡਾ ਵੀ ਮਿਲੇ ਹੈ। ਬਾਪੂ ਨੇ ਤਾਂ 5 ਕਿੱਲੇ ਵੇਚ ਕੇ ਭੇਜਿਆ ਉਹਨੂੰ, ਟਿਕਟਾਂ ਲੈ ਕੇ ਏਜੰਟਾਂ ਨੂੰ। 15 ਸਾਲ ਆਏ ਨੂੰ ਹੋ ਗਏ ਤੇ ਬਾਪੂ ਨੂੰ ਟੈਲੀਫੋਨ ਕਰਦਾ, ਇੱਧਰੋਂ ਟਿਕਟ ਭੇਜ ਤਾਂ ਇੰਡੀਆ ਆਊਂਗਾ। ਇਹ ਹਾਲ ਹੋਇਆ ਵੈ। ਕਿਰਤ ਕਰਨ ਤੋਂ ਬਿਨਾਂ ਬਾਬੇ ਨਾਨਕ ਨੇ ਸਭ ਤੋਂ ਪਹਿਲਾਂ ਹੱਥੀਂ ਕਿਰਤ ਕਰਨੀ ਤੁਹਾਨੂੰ ਦੱਸੀ, ਫੇਰ ਵਸਾਇਆ ਫੇਰ ਆਣ ਸਤਿਗੁਰ ਖੰਡੂਰ। ਕੈਸੇ ਸ਼ਬਦ ਨੇ ਭਾਈ ਸਾਹਿਬ ਜੀ ਨੇ ਕੀਤਾ। ਸ਼ੁੱਧ ਪਾਠ ਬੜਾ ਆਨੰਦ ਆਉਂਦਾ। ਰਾਰੇ ਦੇ ਪੈਰ ਵਿੱਚ ਔਂਕੜ ਲਾਇਆ। ਜਦੋਂ ਗੁਰਗੱਦੀ ਬਖਸ਼ ਦਿੱਤੀ ਤਾਂ ਗੁਰੂ ਅੰਗਦ ਦੇਵ ਜੀ ਨੇ ਕਹਿ ਦਿੱਤਾ, ਹੁਣ ਤੁਸੀਂ ਇੱਥੇ ਨਹੀਂ ਰਹਿਣਾ, ਖੰਡੂਰ ਸਾਹਿਬ ਜਾਓ। ਬਰਕਤਾਂ ਹੀ ਖੰਡੂਰ ਸਾਹਿਬ ਤੋਂ ਮਿਲੀਆਂ ਸੀ। ਤੜਕੇ ਹੱਟੀ ਖੋਲਦੇ ਹੁੰਦੇ ਸੀ ਬਾਬਾ ਲਹਿਣਾ ਜੀ, ਤੇ ਉਸ ਗਲੀ ਵਿੱਚ ਨੂੰ ਭਾਈ ਜੋਧ, ਪਿੰਡਾਂ 'ਚ ਇੱਕੋ ਖੂਹ ਹੁੰਦਾ ਸੀ ਤੁਹਾਨੂੰ ਪਤਾ ਹੈ। ਤੜਕੇ ਇਸ਼ਨਾਨ ਕਰਕੇ ਗਲੀ 'ਚ ਨੂੰ ਬਾਣੀ ਪੜ੍ਹਦੇ ਜਾਂਦੇ ਹੁੰਦੇ ਸੀ ਭਾਈ ਜੋਧ ਜੀ। ਭਾਈ ਜੋਧ ਤੋਂ ਆਸਾ ਦੀ ਵਾਰ ਦੀ 1 ਪੌੜੀ ਸੁਣੀ ਸੀ ਬਾਬਾ ਲਹਿਣਾ ਜੀ ਨੇ, ਜਿੱਥੋਂ ਜੀਵਨ ਬਦਲਿਆ। 1 ਪੌੜੀ ਭਾਈ ਜੋਧ ਜੀ ਪੜ੍ਹਦੇ ਜਾਂਦੇ ਸੀ। ਜਿਤ ਸੇਵੀਐ ਸੁਖ ਪਾਈਏ, ਸੋ ਸਾਹਿਬ ਸਦਾ ਸੰਭਾਲੀਏ। ਨਿਤ ਕੀਤਾ ਪਾਈਏ ਆਪਣਾ, ਸਭ ਕਾਲਪੁਰੀ ਕਿਉਂ ਕਾਲੀਏ। ਮੰਦਾ ਮੂਲ ਨ ਕੀਚੇ, ਦੇ ਲੰਮੀ ਨਦਰ ਨਿਹਾਲੀਏ। ਜਿਉ ਸਾਹਿਬ ਨਾਲ ਨਾ ਹਾਰੀਏ, ਤੇ ਵੇਹਾ ਪਾਸਾ ਢਾਲੀਏ। ਕਿਛ ਲਾਹੇ ਉਪਰ ਕਾਲੀਏ। ਇਹ ਪੌੜੀ ਸੁਣੀ ਸੀ ਭਾਈ ਜੋਧ ਗੁਰ ਸਿੱਖ ਦੇ ਮੂੰਹ ਤੋਂ। ਇੱਥੇ ਇੱਕ ਹੋਰ ਗੱਲ ਸੁਣ ਲਓ ਹੁਣ। ਲੰਗਰ ਦੇ ਵਿੱਚ ਦੁੱਧ ਪਵਿੱਤਰ ਚੀਜ਼ ਹੈ, ਰਤਨ ਮੰਨੇ ਇਹਨੂੰ ਦੁੱਧ। ਲੰਗਰ ਵਿੱਚ ਮਿਰਚਾਂ ਵੀ ਹੈਗੀਆਂ, ਲੰਗਰ ਵਿੱਚ ਗਠੇ ਅਦਰਕ ਲਸਣ ਵੀ ਹੈਗਾ, ਮੂੰਗੀ ਮਸਰੀ ਦੀ ਦਾਲ ਵੀ ਹੈਗੀ, ਛੋਲੇ ਵੀ ਪਏ। ਪਰ ਫਰਕ ਕੀ ਹੈ? ਨੂਣ ਤੇਲ ਮਿਰਚਾਂ ਨੂੰ ਜਿਹੜੇ ਮਰਜ਼ੀ ਡੱਬੇ 'ਚ ਪਾ ਕੇ ਰੱਖ ਦੋ, ਕੁਛ ਨਹੀਂ ਵਿਗੜਨਾ। ਮਸਰੀ ਮੂੰਗੀ ਦੀ ਦਾਲ ਕਿਸੇ ਡੱਬੇ 'ਚ ਪਾ ਕੇ ਰੱਖ ਦੋ। ਇਹ ਗਠਿਆਂ ਨੂੰ ਤਾਂ ਚਾਹੇ ਫਰਸ਼ ਤੇ ਹੀ ਸਜਾ ਰੱਖੋ ਤਾਂ ਵੀ ਕੁਝ ਨਹੀਂ ਵਿਗੜਦਾ। ਦੇਖੇ ਹੀ ਤੁਸੀਂ, ਢੇਰੀਆਂ ਲੱਗੀਆਂ। ਪਰ ਉਸੇ ਲੰਗਰ ਵਿੱਚ ਇੱਕ ਦੁੱਧ ਹੈ,
ਜਿਸ ਭਾਂਡੇ ਵਿੱਚ ਦੁੱਧ ਪਾਉਣਾ ਉਹਨੂੰ ਸੁੱਧ ਕਰਨਾ ਪਊਗਾ। ਅਜ ਕੇ ਆਖੋ ਸਤਿ। ਆ ਰਸੂਲ ਹੈ ਅੰਦਰੋਂ ਬਾਹਰੋਂ। ਜੇ ਬਾਹਰ ਵੀ ਖਟਿਆਈ ਹੋਈ ਅੰਦਰਲਾ ਦੁੱਧ ਫਟ ਜਾਊਗਾ। ਇਹੀ ਫਰਕ ਹੈ ਬਾਣੀ ਦਾ। ਬਸ ਉਹ ਭਾਈ ਜੋਧ ਜੀ ਨੇ ਬਾਣੀ ਪੜ੍ਹੀ, ਉਹਦਾ ਅੰਤਰ ਬਾਹਰ ਸ਼ੁੱਧ ਸੀ। ਬਾਣੀ ਅੰਮ੍ਰਿਤ ਹੈ। ਇੱਕ ਕਥਾ ਆਉਂਦੀ ਹੈ ਗ੍ਰੰਥਾਂ ਵਿੱਚ, 100 ਮਣ ਕੱਚਾ ਦੁੱਧ ਮੈਸਾਂ ਦਾ ਲਓ। 100 ਮਣ ਕੱਚੇ ਦੁੱਧ ਵਿੱਚ ਜਿੰਨੀ ਸ਼ਕਤੀ ਹੈ, ਸ਼ੇਰਨੀ ਦੇ ਇੱਕ ਸੇਰ ਦੁੱਧ ਵਿੱਚ ਸ਼ਕਤੀ ਹੈ। ਕੈਲਕੂਲੇਟ ਕੀਤੀ ਹੈ। 100 ਮਣ ਦੁੱਧ ਮੈਸਾਂ ਦਾ, ਛੀਣੀ ਦਾ ਇੱਕ ਸੇਰ ਦੁੱਧ, ਸ਼ਕਤੀ ਬਰਾਬਰ ਹੈ। ਪਰ ਜੇ ਇੰਨਾ ਤਾਕਤਵਰ ਹੈ, ਇੰਨਾ ਚੰਗਾ ਹੈ, ਉਹਨੂੰ ਰੱਖਿਆ ਕਿਵੇਂ ਜਾ ਸਕਦਾ? ਮੈਸ ਦੇ ਦੁੱਧ ਨੂੰ ਪਿੱਤਲ ਚ ਪਾ ਲਓ, ਲੋਹੇ ਚ ਪਾ ਲਓ, ਕੱਚ ਦੇ ਭਾਂਡੇ ਚ ਪਾ ਲਓ, ਸਿਲਵਰ ਦੇ ਚ ਪਾ ਲਓ, ਮਿੱਟੀ ਦੇ ਚ ਪਾ ਲਓ, ਸ਼ੁੱਧ ਹੋਣਾ ਚਾਹੀਦਾ, ਰਹਿ ਜਾਊਗਾ। ਪਰ ਜਿਹੜਾ ਸ਼ੇਰਨੀ ਦਾ ਦੁੱਧ ਹੈ, ਜੇ ਉਹਨੂੰ ਰੱਖਣਾ ਹੈ, ਭਾਂਡਾ ਸਿਉਨੇ ਦਾ ਬਣਾਉਣਾ ਪਊਗਾ। ਅਜ ਕੇ ਆਖੋ ਸਤਿ। ਚਾਂਦੀ ਦੇ ਭਾਂਡੇ ਵਿੱਚ ਸ਼ੇਰਨੀ ਦਾ ਦੁੱਧ ਪਾ ਦੋ, ਜਦੇ ਫਟ ਜਾਊਗਾ, 1 ਮਿੰਟ ਚ ਫਟ ਜਾਊਗਾ। ਪਿੱਤਲ ਦੀ ਤਾਂ ਗੱਲ ਛੱਡੋ। ਜੇ ਉਹ ਦੁੱਧ ਚੰਗਾ ਹੈ, ਭਾਂਡਾ ਵੀ ਚੰਗਾ। ਮੇਰੀ ਹੱਥ ਬੰਨ ਕੇ ਬੇਨਤੀ ਹੈ, ਜੇ ਬਾਣੀ ਚੰਗੀ ਹੈ, ਸਰੀਰ ਦਾ ਭਾਂਡਾ ਵੀ ਚੰਗਾ ਬਣਾਓ। ਅਜ ਕੇ ਆਖੋ ਸਤਿਨਾਮ। ਜਿੱਥੇ ਬਾਣੀ ਰੱਖਣੀ ਹੈ, ਜਿੱਥੇ ਬਾਣੀ ਪਾਉਣੀ ਹੈ, ਉਹ ਤਾਂ ਭਰਿਆ ਪਿਆ ਵਿਕਾਰਾਂ ਦੇ ਨਾਲ, ਗੰਦਮੰਦ ਦੇ ਨਾਲ, ਤੇ ਪਾਉਣੇ ਅੰਮ੍ਰਿਤ ਰੂਪੀ ਬਾਣੀ ਕਿੱਥੇ ਟਿਕੂਗੀ? ਉਹ ਭਾਈ ਜੋਧ ਤਾਂ ਹੀ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਣਾ ਪਿਆ। ਬਾਣੀ ਉਹੀ ਹੈ, ਸਭ ਪੜ੍ਹਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਬਾਣੀ ਉਚਰੇ ਸਾਧ ਜਨ, ਕੋਈ ਸ਼ੁੱਧ ਜੀਵਨ, ਸ਼ੋਧਿਆ ਹੋਇਆ ਜੀਵਨ ਜਦੋਂ ਬਾਣੀ ਪੜੂਗਾ, ਅਮਿਓ ਚੱਲੇ ਝਰਣੇ, ਅੰਮ੍ਰਿਤ ਦੇ ਝਰਣੇ ਚੱਲ ਪੈਣਗੇ। ਕੋਈ ਸ਼ੁੱਧ ਜੀਵਨ, ਭਾਈ ਜੋਧ ਦਾ ਸ਼ੁੱਧ ਜੀਵਨ। ਪੜ੍ਹੀ ਬਾਣੀ ਬਾਬਾ ਲਹਿਣਾ ਜੀ ਨੇ ਹੱਟੀ ਤੇ ਸੁਣੀ, ਪਿੱਛੇ ਪਿੱਛੇ ਹੋ ਤੁਰੇ, ਕਰ ਗਏ। ਲਹਿਣਾ ਜੀ ਕਹਿੰਦੇ, ਭਾਈ ਜੋਧ ਇਹ ਕਿਹਦੀ ਬਾਣੀ ਪੜ੍ਹਦੇ? ਦੱਸ ਦਿੱਤਾ, ਸਤਿਗੁਰੂ ਨਾਨਕ ਦੀ ਬਾਣੀ ਹੈ। ਕਹਿੰਦਾ ਕਿੱਥੇ ਨੇ? ਦੱਸ ਦਿੱਤਾ, ਖੰਡੂਰ ਕਰਤਾਰਪੁਰ ਸਾਹਿਬ ਰਹਿੰਦੇ। ਕਿੱਥੇ ਚੈਨ ਆਵੇ ਫਿਰ? ਇਹ ਸੁਣ ਕੇ ਕਰਤਾਰਪੁਰ ਸਾਹਿਬ ਨੂੰ ਗਏ ਸੀ। ਚੱਲਦਾ ਪੁਰਜਾ ਘਰ, ਸੋਹਣੀ ਹੱਟੀ ਚੱਲੇ, ਘੋੜੀ ਤੇ ਚੜ ਕੇ, ਘੋੜੀ ਤੇ ਜਦੋਂ ਗਏ ਕਰਤਾਰਪੁਰ ਸਾਹਿਬ ਦੇ ਬੰਨੇ ਤੇ, ਕਿਉਂਕਿ ਪਹਿਲਾਂ ਕਦੇ ਗਏ ਨਹੀਂ ਸੀ। ਜਿਸ ਪਿੰਡ ਤੁਸੀਂ ਪਹਿਲਾਂ ਜਾਓ, ਰਾਹ ਪੁੱਛਣਾ ਪੈਣਾ, ਘਰ ਪੁੱਛਣਾ ਪੈਣਾ, ਜਿਹਨੂੰ ਮਿਲਣਾ। ਇੱਥੇ ਵਾਲਾ ਤਾਂ ਕੰਮ ਨਹੀਂ ਵੀ B67 ਤੇ ਚਲੇ ਜਾਓਗੇ, ਕੋਈ ਪੋਸਟਲ ਕੋਡ ਹੈਗਾ। ਕਿੱਥੇ ਸੀ ਇਹ ਗੱਲਾਂ ਉਦੋਂ ਪੰਜਾਬ ਵਿੱਚ? ਬਾਬਾ ਲਹਿਣਾ ਜੀ ਘੋੜੀ ਤੇ ਚੜੇ ਹੋਏ, ਖਿਆਲ ਆਇਆ, ਪੁੱਛ ਲਵਾਂ ਨਾਨਕ ਤਪੇ ਦੀ ਧਰਮਸ਼ਾਲਾ ਕਿੱਧਰ ਹੈ, ਜਿਹਨੂੰ ਮੈਂ ਮਿਲਣ ਆਇਆ। ਬਸ ਇੰਨੀ ਭਾਵਨਾ ਹੋਈ। ਖੇਤਾਂ ਵਿੱਚੋਂ ਇੱਕ ਬਿਰਧ ਬਾਬਾ ਨਿਕਲਿਆ। ਬਾਬਾ ਲਹਿਣਾ ਜੀ ਕਹਿੰਦੇ, ਬਜ਼ੁਰਗਾ ਮੈਨੂੰ ਨਾਨਕ ਤਪੇ ਦੀ ਧਰਮਸ਼ਾਲਾ ਦੱਸ। ਉਹ ਕਹਿੰਦਾ, ਅੱਗੇ ਚੱਲ। ਹੋਰ ਅੱਗੇ ਚੱਲ। ਤੁਰ ਪਏ। ਅੱਗੇ ਇੱਕ ਹੋਰ ਸੱਜਣ ਮਿਲਿਆ, ਉਹਨੇ ਵੀ ਕਹਿਤਾ ਅੱਗੇ। ਜਦੋਂ 3 ਜਣਿਆਂ ਨੇ ਅੱਗੇ ਕਿਹਾ ਨਾ, ਬਹੁਤ ਸਿਆਣੇ ਬੈਠੇ ਹੋ, ਬਹੁਤ ਸਿਆਣੇ ਬੈਠੇ। ਜਿਹੜਾ ਮਿਲਦਾ ਹੈ ਅੱਗੇ, ਹੋਰ ਅੱਗੇ। ਬਾਬਾ ਲਹਿਣਾ ਜੀ ਦੇ ਦਿਮਾਗ ਵਿੱਚ ਖੜਕ ਗਈ, ਜੇ ਨਾਨਕ ਨੂੰ ਮਿਲਣਾ ਅੱਗੇ ਹੋਰ ਤੁਰਨਾ ਪਊਗਾ। ਅਜ ਕੇ ਆਖੋ ਸਤਿਨਾਮ। ਉਹ ਥੋੜੇ ਥੋੜੇ ਤੋਂ ਨਹੀਂ ਮਿਲਣਾ, ਆ ਗਾਹਾਂ ਕੂਤਰਾਗ। ਭਾਵ ਸਮਝਦੇ ਹੋ? ਜੇ ਨਾਨਕ ਨੂੰ ਮਿਲਣੇ
ਅੱਗੇ ਹੀ ਜਾਣਾ ਪਊਗਾ, ਪਿੱਛਾ ਭੁੱਲਣਾ ਪਊਗਾ। ਤੇ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਸਿੱਖ, ਫਿਕਰ ਲੱਗਿਆ ਵੇ ਮੁੰਡਾ ਸਕੂਲ ਨਹੀਂ ਗਿਆ, ਅੱਜ ਕੇ ਆਖੋ ਸਤ ਤੂੰ ਪਿੱਛੇ ਨੂੰ ਤੁਰਿਆ ਫਿਰਦਾ। ਸੁਖਮਨੀ ਤਾਂ ਗਾਹਾਂ ਲਿਜਾਣਾ ਸੀ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਤੈਨੂੰ ਸਟੋਰ ਦਾ ਫਿਕਰ ਖਾਂਦਾ, ਜੀਰੀ ਕਣਕ ਦਾ ਫਿਕਰ ਖਾਂਦਾ, ਕਿੱਥੇ ਪਿੱਛੇ ਨੂੰ ਤੁਰੇ ਦਾਨੇ ਹੋ, ਤਾਂ ਹੀ ਪ੍ਰਾਪਤੀ ਨਹੀਂ ਹੋਈ। ਸਿੱਖੀ ਤਾਂ ਅਗਾਹਾਂ ਇੰਨੀ ਪ੍ਰੋਗਰੈਸਿਵ ਗੱਲ ਕਿ ਨਿਸ਼ਚੈ ਕਰ ਆਪਣੀ ਜੀਤ ਕਰੋ, ਪਿੱਛਾ ਤਾਂ ਦੇਖਣਾ ਹੀ ਨਹੀਂ। ਜਿੱਤੂਗਾ ਮੈਂ, ਮਿਲੂੰਗਾ, ਇੰਨਾ ਨਿਸ਼ਚੈ। ਜਿਹੜਾ ਕਵੇ ਅੱਗੇ, ਜਿਹੜਾ ਕਵੇ ਅੱਗੇ, ਨਿਸ਼ਚੈ ਹੋ ਗਿਆ ਲੈਣੇ ਜੀ ਨੂੰ, ਹੁਣ ਪਿੱਛਾ ਛੱਡਣਾ ਪਊਗਾ। ਨਾਨਕ ਤਾਂ ਹੀ ਮਿਲੂਗਾ, ਗੱਜ ਕੇ ਆਖੋ ਸਤ ਤਾਂ ਹੀ ਛੱਡ। ਮਿਸਾਲ ਦਵਾਂ ਕਰਦੀ, ਸਾਡੀ ਧੀਆਂ ਨੂੰ ਏਕਾ ਛੱਡਣਾ ਹੀ ਪੈਂਦਾ, ਸਹੁਰੇ ਘਰ ਤਾਂ ਹੀ ਮਿਲਦੇ ਨੇ। ਅੱਜ ਕੇ ਆਖੋ ਸਤ ਛੱਡਣਾ ਪੈਂਦਾ, ਪਿੱਛਾ ਛੱਡਣਾ ਪਊਗਾ। ਅੱਗੇ ਗਏ, ਇੱਕ ਬਿਰਧ ਨੰਗੇ ਪੈਰੀ ਤੁਰਿਆ ਜਾਂਦਾ, ਖੇਸ ਦੇ ਬੁੱਕਲ ਮਾਰੀ ਹੋਈ। ਲੈਣਾ ਜੀ ਕਹਿੰਦੇ ਹੁਣ ਤੇ ਪਿੰਡ ਨੇੜੇ ਆ ਗਿਆ। ਬਾਬੇ ਆ ਨਾਨਕ ਦੀ ਧਰਮਸ਼ਾਲਾ ਜਾਣੇ। ਉਹ ਬਿਰਧ ਨੇ ਆਖਿਆ, ਆ ਬਜ਼ੁਰਗਾ, ਉਹ ਗੁਰਮੁਖਾ ਮੇਰੇ ਪਿੱਛੇ ਪਿੱਛੇ ਆ, ਤੈਨੂੰ ਛੱਡ ਕੇ ਆਵਾਂ। ਤੁਰ ਪਏ ਮੂਰੇ ਨੰਗੇ ਪੈਰੀ, ਖੇਸ ਦੀ ਬੁੱਕਲ। ਬਾਬਾ ਲੈਣਾ ਜੀ ਘੋੜੀ ਉੱਤੇ, ਤੇ ਕੋਲ ਜਾ ਕੇ ਜਿੱਥੇ ਧਰਮਸ਼ਾਲਾ ਸੀ ਨਾ, ਪਿੰਡ ਨਵਾਂ ਵਸਾਇਆ ਸੀ, ਉਜਾੜ ਵੀ ਆ ਬਾਨ, ਕਹਿ ਦਿੱਤਾ ਪੁਰਖਾ ਉਹ ਕਿਕਰਾਂ ਖੜੀਆਂ, ਉਹਨਾਂ ਨਾਲ ਘੋੜੀ ਬੰਨ੍ਹਦੇ। ਆਓ ਖੂਹ ਹੈ, ਹੁਣ ਵੀ ਹੈਗਾ ਖੂਹ, ਉਹ ਉੱਥੇ 5 ਇਸ਼ਨਾਨਾ ਕਰੀ, ਅੰਦਰ ਬਾਬਾ ਨਾਨਕ ਬੈਠਾ ਹੋਊਗਾ ਮਿਲੀ। ਬਾਬਾ ਲੈਣਾ ਜੀ ਨੂੰ ਇਸ ਕੰਮ ਲਾਤਾ, ਘੋੜੀ ਬੰਨੀ, ਪ੍ਰਸ਼ਾਦ ਪਾਸੇ ਰੱਖਿਆ, ਹੱਥ ਪੈਰ ਧੋਣ ਲੱਗੇ, ਸਮਾਂ ਲੱਗ ਗਿਆ। ਤੇ ਜਦੋਂ ਅੰਦਰ ਗਏ ਨਾ, ਮੱਥਾ ਟੇਕਣ ਲੱਗੇ, ਹੱਥ ਵਿੱਚ ਪ੍ਰਸ਼ਾਦ। ਬਾਬਾ ਲੈਣਾ ਜੀ ਕੀ ਵੇਖਦੇ ਆ, ਇਹ ਤਾਂ ਨਾਨਕੇ ਉਹੀ ਬੁੜਾ ਜਿਹੜਾ ਮੂਰੇ ਮੂਰੇ ਤੁਰਿਆ ਆਉਂਦਾ ਸੀ। ਇਹ ਤਾਂ ਨਾਨਕੇ ਉਹੀ, ਇਹੀ ਤਾਂ ਮੇਰੇ ਮੂਹਰੇ ਤੁਰ ਕੇ ਆਇਆ ਨੰਗੇ ਪੈਰੀ। ਪੁਰਾਤਨ ਗ੍ਰੰਥਾਂ ਦੀ ਲਿਖਤ ਕਹਿ ਰਹੇ ਹੈ ਕਿ ਹੱਥ ਵਿੱਚੋਂ ਪ੍ਰਸ਼ਾਦ ਡਿੱਗ ਪਿਆ। ਇੰਨਾ ਤੱਕਾ ਬਚਿਆ, ਮੈਂ ਇੰਨਾ ਪਾਪੀ। ਗੁਰੂ ਨਾਨਕ ਨੰਗੇ ਪੈਰੀ ਮੂਹਰੇ ਤੁਰੇ ਤੇ ਮੈਂ ਘੋੜੀ ਤੇ ਚੜਿਆ ਵਾਂ। ਅੱਖਾਂ ਵਿੱਚ ਜਲ ਆ ਗਿਆ। ਗੁਰੂ ਨਾਨਕ ਕਹਿੰਦੇ ਪੁਰਖਾ ਇਹ ਪ੍ਰਸ਼ਾਦ ਕਿਉਂ ਘੇਰਤਾ, ਅੱਖਾਂ ਵਿੱਚ ਜਲ ਕਿਉਂ ਆਏ? ਬਾਬਾ ਲੈਣਾ ਜੀ ਕਹਿੰਦੇ ਸਤਿਗੁਰ ਮੈਂ ਤਾਂ ਪਿਛਲੀਆਂ ਬਖਸ਼ਾਉਣ ਆਇਆ ਸੀ, ਜਿਹੜੀ ਅੱਜ ਚੜੀ ਹੈ ਕਦ ਬਖਸ਼ੀ ਜਾਊਗੀ? ਐਡਾ ਪਾਪ। ਗੁਰੂ ਨਾਨਕ ਕਹਿੰਦੇ ਕਾਹਦਾ ਪਾਪ? ਕਹਿੰਦੇ ਇਹ ਤੋਂ ਵੱਡਾ ਪਾਪ ਕੀ? ਤੂੰ ਨਾਨਕ ਨਿਰੰਕਾਰ ਨੰਗੇ ਪੈਰੀ ਮੂਹਰੇ ਤੁਰੇ ਤੇ ਮੈਂ ਘੋੜੀ ਤੇ ਤੁਰਿਆ ਆਵਾਂ। ਪਤਾ ਕੀ ਵਚਨ ਕਿਹਾ? ਕੈਸਾ ਵਚਨ? ਜਾ ਸੁਧ ਹੋਸ ਤਾਂ ਲੈਣਾ ਟਿਕੇ ਹੋਣ। ਗੁਰਸਿੱਖ ਪਿਆਰੇ, ਗੁਰੂ ਨਾਨਕ ਕਹਿੰਦੇ ਪੁਰਖਾ ਤੂੰ ਪਾਪ ਨਹੀਂ ਕੀਤਾ, ਤੂੰ ਅਸੂਲ ਕਾਇਮ ਕੀਤਾ, ਮਰਜ਼ਾਦਾ ਕਾਇਮ ਕੀਤੀ। ਬਾਬਾ ਲੈਣੇ ਜੀ ਕਹਿੰਦੇ ਆਹ ਕਾਹਦੀ ਮਰਜ਼ਾਦਾ? ਗੁਰੂ ਨਾਨਕ ਤੁਰਿਆ ਫਿਰੇ ਤੇ ਸਿੱਖ ਘੋੜੇ ਤੇ ਚੜਿਆ ਆਵੇ ਪਿੱਛੇ ਨੰਗੇ ਪੈਰੀ। ਗੁਰੂ ਨਾਨਕ ਕਿੱਥੇ ਦਾ ਅਸੂਲ ਹੈ? ਗੁਰੂ ਨਾਨਕ ਕਹਿੰਦੇ ਪੁਰਖਾ ਇਹ ਪੁਰਾਣਾ ਅਸੂਲ ਹੈ, ਇਹੀ ਵਰਤ ਰਹੇ ਕਿ ਜਿਨ੍ਹਾਂ ਸ਼ਾਹੂਕਾਰਾਂ ਨੇ ਕਰਜ਼ਾ ਲੈਣਾ ਹੁੰਦਾ ਉਹ ਘੋੜੀਆਂ ਤੇ ਚੜ ਕੇ ਆਉਂਦੇ ਨੇ, ਜਿਨ੍ਹਾਂ ਨੇ ਦੇਣਾ ਹੁੰਦਾ ਉਹ ਮੂਹਰੇ ਹੀ ਤੁਰਦੇ ਹੁੰਦੇ ਆ। ਅੱਜ ਕੇ ਆਖੋ ਸਤ ਲੈਣੇ ਆ, ਤੂੰ ਲੈਣੇ ਮੈਂ ਦੇਣਾ। ਸ਼ਾਹੂਕਾਰ ਘੋੜਿਆਂ ਤੇ ਆਉਂਦੇ ਨੇ,
ਕਰਜ਼ੇ ਦੇਣ ਵਾਲੇ ਨੰਗੇ ਪੈਰੀ। ਕਿੰਨਾ ਸੰਬੰਧ ਸੀ ਕੋਈ ਪਿਛਲੇ ਜਨਮਾਂ ਦਾ। ਬਖਸ਼ ਦਿੱਤੀ ਗੱਦੀ। ਇਹ ਗੱਲ ਕਿਉਂ ਬੋਲੀ ਹੈ ਤੁਹਾਨੂੰ? ਖੰਡੂਰ ਤੋਂ ਹੀ ਜੀਵਨ ਆਰੰਭ ਹੋਇਆ ਸੀ। ਇੱਕ ਗੁਰਸਿੱਖ ਤੋਂ ਬਾਣੀ ਸੁਣ ਕੇ, ਸ਼ੁੱਧ ਬਾਣੀ, ਸ਼ੁੱਧ ਹਿਰਦਾ। ਤੁਹਾਨੂੰ ਬੇਨਤੀ ਹੋਏ, ਬਾਣੀ ਕਰਮਾਂ ਵਾਲੇ ਪੜ੍ਹਦੇ ਨੇ, ਪੜੋ। ਪਰ ਕਿਤਨਾ ਵੀ ਲੱਕੜੀ ਚੰਗੀ ਹੋਵੇ, ਸਿਉਣਾ ਚੰਗਾ ਹੋਵੇ, ਲੋਹਾ ਚੰਗਾ ਹੋਵੇ, ਜੇ ਬਣਾਉਣ ਵਾਲੀ ਮਸ਼ੀਨ ਚੰਗੀ ਨਹੀਂ, ਚੀਜ਼ ਚੰਗੀ ਨਹੀਂ ਬਣੇਗੀ। ਬਾਣੀ ਬਹੁਤ ਚੰਗੀ ਹੈ ਜਿਹੜੀ ਪੜ੍ਹਦੇ ਹੋ, ਪਰ ਜਿਸ ਸਰੀਰ ਰਾਹੀਂ ਪੜ੍ਹਦੇ ਹੋ ਉਹ ਤਾਂ ਗੰਦ ਮੰਦ ਦਾ ਭਰਿਆ ਪਿਆ। ਅੱਜ ਕੇ ਆਖੋ ਸਤਿ। ਉਹ ਤੇ ਵਿਸ਼ੇ ਵਿਕਾਰਾਂ ਦਾ ਸਟੋਰ ਬਣ ਚੁੱਕੇ। ਇਹਨੂੰ ਜੀਵਨ ਨੂੰ ਸ਼ੁੱਧ ਕਰੋ। ਬਸ ਸ਼ੁੱਧ ਹੋ ਗਿਆ ਤੇ ਲੈਣਾ ਅੰਗਦ ਬਣ ਗਿਆ। ਕਹਿ ਦਿੱਤਾ ਜਾਓ ਖੰਡੂਰ। ਫੇਰ ਵਸਾਇਆ, ਫੇਰ ਨਹੀਂ ਫੇਰੂ। ਕੌਣ? ਬਾਬਾ ਫੇਰੂ ਮਲ ਜੀ, ਗੁਰੂ ਅੰਗਦ ਦੇਵ ਜੀ ਦੇ ਪਿਤਾ ਜੀ ਦਾ ਨਾਂ ਹੈ। ਪਹਿਲਾਂ ਛੱਡ ਦਿੱਤਾ ਖੰਡੂਰ, ਕਰਤਾਰਪੁਰ ਗਏ। ਫਿਰ ਬਚਨ ਮੰਨ ਕੇ ਕਰਤਾਰਪੁਰ ਤੋਂ ਆ ਕੇ ਦੁਬਾਰਾ ਖੰਡੂਰ ਸਾਹਿਬ ਵਸ ਗਏ। ਫੇਰ ਵਸਾਇਆ ਫੇਰੂ। ਆਣ, ਆਣ ਕੌਣ ਹੁੰਦਾ ਹੈ? ਫਾਰਸੀ ਵਿੱਚ ਆਣ ਕਹਿੰਦੇ ਪੁੱਤਰ ਨੂੰ। ਪੁੱਤਰ ਜਿਹਨੂੰ ਤੁਸੀਂ ਸਨ ਕਹਿੰਦੇ ਹੋ, ਫਾਰਸੀ ਵਿੱਚ ਪੁੱਤਰ ਨੂੰ ਆਣ ਕਹਿੰਦੇ ਨੇ। ਬਾਬਾ ਫੇਰੂ ਮਲ ਜੀ ਦੇ ਪੁੱਤਰ ਬਾਬਾ ਲਹਿਣਾ ਜੀ ਨੇ ਗੁਰੂ ਅੰਗਦ ਦੇ ਰੂਪ ਵਿੱਚ ਫੇਰ ਆ ਕੇ ਡੇਰੇ ਲਾ ਲਏ ਖੰਡੂਰ ਸਾਹਿਬ। ਜਪ ਤਪ ਸੰਜਮ ਨਾਲ ਤੁਧ, ਹੋਰ ਮੁਚ ਗਰੂਰ। ਕੈਸੇ ਬਚਨ ਨੇ? ਹੇ ਗੁਰੂ ਅੰਗਦ ਦੇਵ ਜੀ, ਤੁਸੀਂ ਲਹਿਣੇ ਤੋਂ ਅੰਗਦ ਬਣ ਗਏ। ਕਿੱਥੇ ਭਾਂਡੇ ਮਾਂਜਣ ਵਾਲੇ, ਝਾੜੂ ਦੇਣ ਵਾਲੇ, ਹੱਟੀ ਦੇ ਕਰਨ ਵਾਲੇ। ਕਿੱਥੇ ਅੱਜ ਗੁਰੂ ਨਾਨਕ ਦਾ ਛਤਰ ਮਿਲ ਗਿਆ, ਗੱਦੀ ਮਿਲ ਗਈ। ਪਰ ਐਡਾ ਮਾਣ ਪਾ ਕੇ ਵੀ, ਐਡੀ ਉੱਚੀ ਪਦਵੀ ਪਾ ਕੇ ਵੀ ਜਪ ਤਪ ਸੰਜਮ ਨਹੀਂ ਛੱਡਿਆ। ਗੱਜ ਕੇ ਆਖੋ ਸਤਿ। ਨਿਮਰਤਾ ਨਹੀਂ ਛੱਡੀ, ਨਿਤਨੇਮ ਨਹੀਂ ਛੱਡਿਆ, ਸੇਵਾ ਨਹੀਂ ਛੱਡੀ। ਮੈਂ ਤਾਂ ਕੱਲ ਵੀ ਕਿਹਾ ਸੀ, ਇੱਥੇ ਥੋੜੀ ਜੀ ਪਦਵੀ ਮਿਲੀ ਨਹੀਂ ਤੇ ਜਪਜੀ ਸਾਹਿਬ ਗਿਆ। ਥੋੜੀ ਜੀ ਹੋਰ ਪਦਵੀ ਮਿਲ ਗਈ, ਗੁਰਦੁਆਰਾ ਵੀ ਗਿਆ, ਕਰਮ ਧਰਮ ਵੀ ਗਿਆ। ਗੁਰਮੁਖੋ, ਜੇ ਕੋਈ ਦਾਤ ਦਿੰਦਾ ਹੈ ਤਾਂ ਦਾਤ ਵਾਲੇ ਨੂੰ ਜ਼ਿਆਦਾ ਯਾਦ ਕਰੋ, ਜਿੱਡੀ ਵੱਡੀ ਦਾਤ ਦਿੱਤੀ। ਉਹ ਦਾਤ ਵਧਾਉਂਦਾ ਜਾਂਦਾ ਹੈ, ਤੁਹਾਡੀ ਯਾਦ ਘਟਦੀ ਜਾਂਦੀ ਹੈ। ਦਾਤ ਪਿਆਰੀ ਵਿਸਰਿਆ ਦਾਤਾ, ਜਾਣੇ ਨਾਹੀ ਮਰਨ ਵਿਚਾਰਾ। ਬਾਣੀ ਵਿੱਚ ਬਚਨ ਆਉਂਦਾ, ਜਪ ਤਪ ਸੰਜਮ ਨਾਲ ਤੁਧ। ਭਾਵੇਂ ਪਦਵੀ ਮਿਲ ਗਈ, ਨਿਤਨੇਮ ਨਹੀਂ ਛੱਡਿਆ, ਸੇਵਾ ਨਹੀਂ ਛੱਡੀ, ਨਿਮਰਤਾ ਨਹੀਂ ਛੱਡੀ, ਸੰਜਮ ਸਾਮਦਾਮ। ਜੀਵਨ ਦੀ ਮਰਜ਼ਾਦਾ ਵਿੱਚ ਫਰਕ ਨਹੀਂ ਪੈਣ ਦਿੱਤਾ। ਪਰ ਜਿਹੜੇ ਬਾਕੀ ਨੇ ਮੁੱਚ ਗਰੂਰ, ਕੁਝ ਮਿਲਿਆ ਵੀ ਨਹੀਂ ਹੈ ਤਾਂ ਵੀ ਹੋਵੇਂ ਦੀ ਪੰਡ ਚੱਕੀ ਫਿਰਦੇ ਨੇ। ਕੱਖ ਪੱਲੇ ਹੈ ਨਹੀਂ, ਜਾਂ ਥੋੜਾ ਬਹੁਤਾ ਮਿਲ ਗਿਆ, ਬਸ ਹਜਮੇ ਨਹੀਂ ਹੋਇਆ। ਗੱਜ ਕੇ ਆਖੋ ਸਤਿਨਾਮ। ਕਿੰਨਾ ਹੀ ਭੋਜਨ ਚੰਗਾ ਮਿਲ ਜਾਵੇ, ਜੇ ਹਜਮ ਨਾ ਹੋਇਆ ਕੱਖ ਵੀ ਨਹੀਂ ਫਾਇਦਾ। ਜੇ ਹਜਮ ਹੋ ਗਿਆ, ਸੁੱਕੀਆਂ ਰੋਟੀਆਂ ਹੀ ਚੰਗੀਆਂ ਨੇ। ਕਿੱਡੀ ਵੱਡੀ ਪਦਵੀ ਮਿਲ ਜਾਵੇ, ਜੇ ਤੂੰ ਸਹਿਣ ਨਾ ਕਰ ਸਕੇ। ਗੁਰੂ ਅੰਗਦ ਦੇਵ ਜੀ ਵਿੱਚ ਕਿੰਨੀ ਨਿਮਰਤਾ। ਜੋਗੀ ਗੋਰਖ ਜੀ ਮਿਲਣ ਆਏ, ਸਿੱਧ ਮੰਡਲੀ ਨੂੰ ਲੈ ਕੇ ਖੰਡੂਰ ਸਾਹਿਬ। ਗੁਰੂ ਅੰਗਦ ਦੇਵ ਜੀ ਗੋਰਖ ਜੀ ਕਿਉਂ ਮਿਲਣ ਆਏ? ਜਦ ਉਹਨਾਂ ਨੂੰ ਪਤਾ ਲੱਗਿਆ ਜੋਗੀਆਂ ਨੂੰ ਕਿ ਗੁਰੂ ਨਾਨਕ ਨੇ ਲਹਿਣੇ ਨੂੰ ਮੱਥਾ ਟੇਕਿਆ। ਸੁਣੀਏ ਕਥਾ ਹੁਣੀ। ਪਤਾ ਲੱਗਿਆ ਜੋਗੀਆਂ ਨੂੰ ਕਿ ਨਾਨਕ ਝੁਕ ਗਿਆ ਲਹਿਣੇ ਅੱਗੇ। ਹੈਰਾਨ ਹੋ ਗਏ।
ਜਿਸ ਗੁਰੂ ਨਾਨਕ ਅੱਗੇ ਦੁਨੀਆ ਝੁਕੀ, ਉਹ ਲੈਣੇ ਅੱਗੇ ਕਿਉਂ ਝੁਕਿਆ? ਅੱਜ ਕੇ ਆਖੋ ਸਤਿਨਾਮ। ਐਡੀ ਦੁਨਿਆਈ ਆਖੇ ਕਿ ਕਿਉਂ ਨਾ, ਇਹ ਕੀ ਕੀਤਾ ਨਾਨਕ ਨੇ? ਇਹ ਗੱਲ ਪੁੱਛਣ ਆਏ ਗੋਰਖਨਾਥ ਜੀ ਖਨੂਰ ਸਾਹਿਬ। ਬੜਾ ਸਤਿਕਾਰ ਕੀਤਾ, ਕਿੰਨੀ ਨਿਮਰਤਾ, ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ। ਮੁੱਚ ਗਈ ਹੈ ਭਾਰਾ ਵੱਡਾ। ਗੋਰਖ ਜੀ ਕਹਿੰਦੇ ਗੁਰੂ ਅੰਗਦ ਦੇਵ ਜੀ ਇੱਕ ਸਵਾਲ ਪੁੱਛਣ ਆਏ। ਸਤਿਗੁਰ ਕਹਿੰਦੇ ਪੁੱਛੋ। ਜਿਸ ਨਾਨਕ ਅੱਗੇ ਦੁਨੀਆ ਝੁਕ ਗਈ, ਜਿਸ ਨਾਨਕ ਅੱਗੇ ਮੈਂ ਵੀ ਝੁਕ ਗਿਆ। ਗੋਰਖ ਵੀ ਝੁਕਿਆ, ਹੱਥ ਬੰਨ ਕੇ ਕਹਿਤਾ ਧੰਨ ਨਾਨਕ ਤੇਰੀ ਵੱਡੀ ਕਮਾਈ। ਮੈਂ ਪੁੱਛਣ ਆਇਆ ਤੇਰੇ ਵਿੱਚ ਕਿਹੜਾ ਗੁਣ ਹੈ ਕਿ ਗੁਰੂ ਨਾਨਕ ਨੇ ਤੈਨੂੰ ਮੱਥਾ ਟੇਕਿਆ, ਤੇਰੇ ਅੱਗੇ ਝੁਕਿਆ। ਗੁਰੂ ਅੰਗਦ ਦੀ ਨਿਮਰਤਾ। ਗੁਰੂ ਅੰਗਦ ਕਹਿੰਦੇ ਤੁਹਾਨੂੰ ਭੁਲੇਖਾ ਹੈ ਗੋਰਖ ਜੀ, ਮੇਰੇ ਅੱਗੇ ਨਾਨਕ ਨਹੀਂ ਝੁਕਿਆ। ਮੈਂ ਕੌਣ? ਗੋਰਖ ਜੀ ਕਹਿੰਦੇ ਸਾਫ਼ ਉੱਤਰ ਦੋ। ਮੈਂ ਕੱਲਾ ਨਹੀਂ ਕਹਿੰਦਾ, ਹਜ਼ਾਰਾਂ ਲੋਕ ਦੇਖ ਰਹੇ ਸੀ ਜਦੋਂ ਮੱਥਾ ਟੇਕਿਆ। ਇਹ ਮੈਂ ਕੱਲਾ ਕਵਾਂ ਤੇ ਜੁਦੀ ਗੱਲ ਹੈ, ਇਹ ਤਾਂ ਦੁਨੀਆ ਨੇ ਵੇਖਿਆ। ਦੁਨਿਆਈ ਆਖੇ ਕਿ ਕਿਉਂ? ਦੁਨੀਆ ਵੇਖ ਰਹੀ ਸੀ। ਦੁਨੀਆ ਨੇ ਕਿਹਾ ਕੀ ਕੀਤਾ ਬਾਬੇ ਨਾਨਕ ਨੇ? ਸਿੱਖ ਨੂੰ ਮੱਥਾ ਟੇਕਿਆ। ਮੈਨੂੰ ਦੱਸੋ ਕਿਉਂ ਟੇਕਿਆ? ਧੰਨ ਨਿਮਰਤਾ ਗੁਰੂ ਅੰਗਦ ਦੇਵ ਜੀ। ਜੋਗੀ ਜੀ ਮੱਥਾ ਨਹੀਂ ਟੇਕਿਆ, ਹੋਰ ਕੀਤਾ ਕੀ? ਗੁਰੂ ਅੰਗਦ ਦੇਵ ਜੀ ਕਹਿੰਦੇ ਗੋਰਖ ਜੀ ਗੱਲ ਇਹ ਹੈ, ਕੋਈ ਗਰੀਬ ਯਤੀਮ ਅਪਾਹਜ ਬੱਚਾ ਧਰਤੀ ਤੇ ਡਿੱਗਿਆ ਪਿਆ ਹੋਵੇ, ਜੇ ਕਿਸੇ ਨੇ ਉਹਨੂੰ ਚੁੱਕਣਾ ਤਾਂ ਨੀਵਾਂ ਹੋ ਕੇ ਹੀ ਚੁੱਕ ਹੋਊਗਾ। ਅੱਜ ਕੇ ਆਖੋ ਸਤਿਨਾਮ। ਗੁਰੂ ਨਾਨਕ ਮੇਰੇ ਅੱਗੇ ਝੁਕੇ ਨਹੀਂ, ਮੈਨੂੰ ਰੁਲਦੇ ਫਿਰਦੇ ਨੂੰ ਧਰਤੀ ਤੋਂ ਚੁੱਕਣ ਖਾਤਰ। ਜੇ ਧਰਤੀ ਤੋਂ ਚੀਜ਼ ਚੁੱਕਣੀ ਹੈ ਤੇ ਨੀਵਾਂ ਹੋਣਾ ਹੀ ਪਊਗਾ। ਇਹ ਨਿਵਣਾ ਨਹੀਂ ਹੈ, ਇਹ ਮੇਰੇ ਤੇ ਦਇਆ ਕੀਤੀ ਹੈ। ਉਹ ਬੱਚੇ ਨੂੰ ਚੁੱਕਣ ਵਾਲਾ ਝੁਕਦਾ, ਕੋਈ ਮੱਥਾ ਨਹੀਂ ਟੇਕਦਾ ਹੁੰਦਾ। ਉਸ ਝੁਕਣ ਵਿੱਚ ਦਇਆ ਹੁੰਦੀ ਹੈ, ਮਿਹਰ ਹੁੰਦੀ ਹੈ ਉਸ ਬੱਚੇ। ਜੋਗੀ ਫੇਰ ਵੀ ਨਹੀਂ ਮੰਨੇ, ਕਹਿੰਦੇ ਇਹ ਗੱਲ ਨਹੀਂ ਹੈ। ਅਸਲੀ ਗੱਲ ਦੱਸੋ ਕੀ ਹੈ? ਅਸਲੀ ਗੱਲ ਤੁਹਾਨੂੰ ਪਤਾ ਹੀ ਹੈ, ਨਿਮਰਤਾ ਦਾ। ਫਿਰ ਗੁਰੂ ਅੰਗਦ ਦੇਵ ਜੀ ਕਹਿੰਦੇ ਗੋਰਖ ਜੀ ਤੂੰ ਸਮਝ ਨਹੀਂ ਸਕਿਆ। ਨਾਨਕ ਨੇ ਲੈਣੇ ਨੂੰ ਮੱਥਾ ਨਹੀਂ ਟੇਕਿਆ। ਤੇ ਜੋਗੀ ਕਹਿੰਦਾ ਫਿਰ ਕੀਤਾ ਕੀ ਹੈ? ਮੰਨਦੇ ਕਿਉਂ ਨਹੀਂ? ਗੁਰੂ ਅੰਗਦ ਦੇਵ ਜੀ ਕਹਿੰਦੇ ਜੋਗੀ ਜੀ, ਜਦੋਂ ਨਾਨਕ ਨੇ ਲੈਣੇ ਨੂੰ ਮੱਥਾ ਟੇਕਿਆ ਨਾ, ਉਦੋਂ ਲੈਣਾ ਲੈਣਾ ਨਹੀਂ ਸੀ, ਲੈਣਾ ਨਾਨਕ ਬਣ ਚੁੱਕਿਆ ਸੀ। ਅੱਜ ਕੇ ਆਖੋ ਸਤਿਨਾਮ। ਤੈਨੂੰ ਭੁਲੇਖਾ ਕਿ ਨਾਨਕ ਨੇ ਲੈਣੇ ਨੂੰ ਮੱਥਾ ਟੇਕਿਆ। ਨਹੀਂ ਨਹੀਂ, ਮੱਥਾ ਉਦੋਂ ਟੇਕਿਆ ਪਹਿਲਾਂ ਕਹਿ ਦਿੱਤਾ ਲੈਣਿਆ ਹੁਣ ਤੂੰ ਨਾਨਕ ਹੈ ਤੇ ਮੈਂ ਲੈਣਾ। ਫਿਰ ਤਾਂ ਲੈਣੇ ਨਹੀਂ ਟੇਕਿਆ। ਅੱਜ ਕੇ ਆਖੋ ਸਤਿਨਾਮ। ਐਨੀ ਨਿਮਰਤਾ, ਸਭ ਕੁਝ ਪ੍ਰਾਪਤ ਹੋ ਗਿਆ, ਨਿਮਰਤਾ ਨਹੀਂ ਛੱਡੀ। ਲੱਭ ਵਿਣਾਹੇ ਮਾਨਸਾ ਜੋ ਪਾਣੀ ਬੂਰ। ਹੋਰ ਗੱਦੀ ਤੇ ਬੈਠ ਗਏ, ਧਨ ਪਦਾਰਥ ਆਉਣ ਲੱਗ ਗਿਆ, ਪ੍ਰਭਤਾ ਹੋਣ ਲੱਗੀ, ਪਰ ਉਹਦੇ ਨਾਲ ਪਕੜ ਨਹੀਂ ਕੀਤੀ। ਲੋਭ ਕੀ ਹੁੰਦਾ? ਪੈਸੇ ਇਕੱਠੇ ਕਰਨਾ ਲੋਭ ਨਹੀਂ, ਕਿਤੇ ਤੁਹਾਨੂੰ ਵਹਿਮ ਹੋਵੇ। ਮਾਇਆ ਇਕੱਠੀ ਕਰਨੀ ਲੋਭ ਨਹੀਂ, ਧਨ ਦੌਲਤ ਬਣਾਉਣਾ ਲੋਭ ਨਹੀਂ। ਲੋਭ ਇਸ ਧਨ ਦੌਲਤ ਤੇ ਆਪਣੀ ਪਕੜ ਬਣਾਉਣੀ ਮੇਰੀ ਹੈ, ਉੱਥੇ ਖਤਰਾ। ਇਹਨੂੰ ਬਾਣੀ ਨੇ ਪਤਾ ਕੀ ਕਿਹਾ? ਦਰਿਆ ਚੱਲਦੇ ਨੇ, ਨਹਿਰਾਂ ਚੱਲਦੀਆਂ ਨੇ, ਸਮੁੰਦਰ ਚੱਲਦੇ ਨੇ, ਖੜਿਆ ਹੈ ਪਾਣੀ ਬੇਅੰਤ, ਕਿਸੇ ਨੂੰ ਕੋਈ ਦੁੱਖ ਨਹੀਂ।
ਦੁੱਖ ਕਦੋਂ ਆਉਂਦਾ ਸਮੁੰਦਰ ਵਿੱਚ? ਜਦੋਂ ਛੱਲਾਂ ਉੱਠਦੀਆਂ ਨੇ, ਲਹਿਰਾਂ ਵੱਜਣ। ਸੁਨਾਮੀ ਜਦੋਂ ਕਹਿਰ ਹੋਇਆ ਪਿਛਲੇ ਸਾਲਾਂ 'ਚ, ਪਾਣੀ ਨੇ ਨਹੀਂ ਕੀਤਾ, ਪਾਣੀ ਦੀਆਂ ਛੱਲਾਂ ਨੇ ਕੀਤਾ। ਅੱਜ ਕੇ ਆਖੋ ਸਤ। 150 ਫੁੱਟ ਉੱਚੀ ਛੱਲ। ਮੈਂ ਤੁਹਾਨੂੰ ਬੇਨਤੀ ਬਾਣੀ ਦੀ ਕਰ ਰਿਹਾ, ਤੁਹਾਨੂੰ ਕਾਮ ਨੇ ਖਤਮ ਨਹੀਂ ਕਰਨਾ, ਕ੍ਰੋਧ ਨੇ ਖਤਮ ਨਹੀਂ ਕਰਨਾ, ਲੋਭ ਨੇ ਨਹੀਂ, ਮੋਹ ਨੇ ਨਹੀਂ, ਅਹੰਕਾਰ ਨੇ ਨਹੀਂ। ਜਦੋਂ ਇਹਦੀਆਂ ਛੱਲਾਂ ਉੱਠ ਗਈਆਂ ਫੇਰ ਡੁੱਬ ਜਾਓਗੇ। ਅੱਜ ਕੇ ਆਖੋ ਸਤਿਨਾਮ। ਇਹ ਨੋਰਮਲ ਚੱਲਣ, ਸੰਸਾਰ ਦੀ ਕਿਰਿਆ ਚੱਲਦੀ ਰਹੇਗੀ। ਲੋਭ ਲਹਿਰ ਅਤ ਨੀਜਰ ਵਾਜੇ, ਕਾਇਆ ਡੂਬੇ। ਜਦੋਂ ਕਾਮ ਛੱਲਾਂ ਮਾਰਦਾ ਫਿਰ ਧੀ ਭੈਣ ਦੀ ਇੱਜ਼ਤ ਨਿਗਾਹ ਵਿੱਚ ਨਹੀਂ ਰਹਿੰਦੀ, ਡੁੱਬ ਜਾਂਦਾ ਬੰਦਾ। ਜਦੋਂ ਲੋਭ ਛੱਲਾਂ ਮਾਰਦਾ ਨਹੀਂ ਦਿਖਦੀ ਇਹ ਗੁਰੂ ਕੀ ਗੋਲਕ ਹੈ, ਤੋੜਨੀ ਨਹੀਂ, ਤੋੜ ਲਵੇਗਾ। ਸਕੇ ਭਰਾ ਦੀ ਉਹ ਜ਼ਮੀਨ ਨੌ ਕਰਾ ਲਵੇਗਾ। ਉਹ ਲੋਭ ਨਹੀਂ, ਲੋਭ ਛੱਲਾਂ ਮਾਰਨ ਲੱਗ ਪਿਆ। ਹੜ ਆ ਗਿਆ ਲੋਭ ਦਾ। ਕ੍ਰੋਧ ਚਾਹੀਦਾ ਹੈ, ਐਵੇਂ ਨਹੀਂ ਬਣਾਏ ਰੱਬ ਨੇ। ਕ੍ਰੋਧ ਚਾਹੀਦਾ। ਜੇ ਕ੍ਰੋਧ ਨਾ ਹੋਵੇ ਨਾ ਆਪਣੇ 'ਚ, ਗੁਆਂਢੀਓ ਚੁੱਲ੍ਹਾ ਢਾ ਜਾਣ। ਅੱਜ ਕੇ ਕੋ ਸਤਨਾਮ। ਫੇਰ ਨਹੀਂ ਤਵਾ ਰੱਖਣ ਜੋਗਾ ਛੱਡਦੇ ਤੈਨੂੰ। ਪਤਾ ਹੈ ਵੀ ਜੇ ਗਲਤ ਗੱਲ ਕਲੀਏ ਨੇ ਡਾਂਗ ਚੱਕ ਲੈਣੀ ਲੋੜ। ਪਰ ਜਦ ਕ੍ਰੋਧ ਛੱਲਾ ਮਾਰਦਾ ਫਿਰ ਮਾਂ ਨੂੰ ਵੀ ਖੋਟੇ ਵਚਨ ਕਹਾ ਦਿੰਦਾ ਹੈ। ਅੱਜ ਕੇ ਆਖੋ ਸਤ। ਫਿਰ ਸਕੇ ਭਰਾ ਦੀ ਵੀ ਬੇਇੱਜ਼ਤੀ, ਬਾਪੂ ਦੀ ਵੀ ਬੇਇੱਜ਼ਤੀ। ਇਹਨਾਂ ਨੂੰ ਮਾੜੇ ਨਹੀਂ ਕਹਿਣਾ, ਦੀਆਂ ਛੱਲਾਂ ਮਾੜੀਆਂ। ਇਹਨੂੰ ਸਿੱਧਾ ਕਹਿ ਦੇਵਾਂ, ਲਿਮਟ ਵਿੱਚ ਹਰ ਇੱਕ ਚੀਜ਼ ਠੀਕ ਹੈ। ਅਨਲਿਮਟਡ ਚੰਗੀ ਤੋਂ ਚੰਗੀ ਚੀਜ਼ ਵੀ ਦੁੱਖ ਦੇ ਦੂ। ਦੁੱਧ ਲਿਮਟ ਵਿੱਚ ਪੀਓ, ਖੂਨ ਬਣੂਗਾ। ਲਿਮਟ ਤੋਂ ਬਾਹਰ ਪੀ ਲੋ, ਦੁੱਧੇ ਹਸਪਤਾਲ ਪਹੁੰਚਾ ਦੂਗਾ। ਅੱਜ ਕੇ ਆਖੋ ਸਤ। ਹੱਦਬੰਦੀ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਐਡੀ ਵੱਡੀ ਪਦਵੀ, ਜਬ ਤਬ ਸੰਜਮ ਨਹੀਂ ਛੱਡਿਆ। ਫਿਰ ਪੜਿਓ ਜੀ ਤੋਕ। ਲਬ ਵਿਣਾਹੇ ਮਾਨਸਾ ਜਿਉ ਪਾਣੀ ਬੂਰ। ਕਿੰਨਾ ਹੀ ਪਾਣੀ ਨਿਰਮਲ ਹੋਵੇ, ਟੋਭਿਆਂ ਦਾ ਤੁਸੀਂ ਵੇਖਿਆ ਸਰੋਵਰਾਂ ਦਾ, ਜੇ ਉੱਪਰ ਬੂਰ ਆ ਜਾਵੇ ਨਾ, ਪਾਣੀ ਵਿੱਚ ਮੈਲ ਪੈਦਾ ਹੋ ਜਾਂਦੀ। ਲਬ ਵਿਣਾਹੇ ਮਾਨਸ। ਇਸ ਤਰ੍ਹਾਂ ਜਦੋਂ ਲੋਭ ਦੀਆਂ ਲਹਿਰਾਂ ਬੰਦੇ ਵਿੱਚ ਆਉਣੀਆਂ, ਛੱਲਾਂ ਵੱਜਦੀਆਂ, ਲੋਭ ਬੂਰ ਕੀ ਕਰਦਾ ਹੁੰਦਾ? ਪਾਣੀ ਨੂੰ ਢੱਕ ਲੈਂਦਾ ਨਾ। ਇਹ ਜਿਹੜੇ ਪੰਜੇ ਗੱਲ ਨੇ, ਕਾਮ ਕ੍ਰੋਧ ਲੋਭ ਹੰਕਾਰ, ਇਹ ਤੇਰੀ ਬੁੱਧੀ ਨੂੰ ਢੱਕ ਲੈਂਦੇ ਆ। ਅੱਜ ਕੇ ਆਖੋ ਢੱਕਣ ਦੇ ਦਿੰਦੇ ਨੇ। ਜਿਸ ਤਰ੍ਹਾਂ ਪਾਣੀ ਨੂੰ ਬੂਰ ਗੰਦਾ ਕਰਦਾ ਹੈ, ਇਸ ਤਰ੍ਹਾਂ ਇੱਥੇ ਕੱਲਾ ਲੱਭ ਲਿਖਿਆ ਅਰਥ ਟਕਸਾਲ ਵਿੱਚ ਪੰਜੇ ਕਰਨੇ। ਕੋਈ ਗਿਆਨੀ ਬੈਠਾ ਹੋਵੇ, ਕਿਉਂ? ਤੁਹਾਡੇ ਘਰ ਕੋਈ ਪ੍ਰਾਹੁਣਾ ਆਇਆ, ਬਜ਼ੁਰਗ ਨੇ, ਬਾਪੂ ਨੇ ਮੁੰਡਿਆਂ ਨੂੰ ਕਹਿਤਾ ਇਹਨੂੰ ਬਿਸਤਰਾ ਵਿਛਾਓ। ਬਿਸਤਰਾ ਕਿਹਾ ਨਾ, ਬਿਸਤਰਾ ਕਹਿ ਦੋ, ਕਹਿਣ ਦੀ ਲੋੜ ਨਹੀਂ। ਦਰੀ ਵੀ ਵਿਛਾਈ, ਵਿਛਾਉਣਾ ਵੀ ਵਿਛਾਈ, ਚਾਦਰ ਵੀ ਵਿਛਾਈ, ਸਿਰਹਾਣਾ ਵੀ ਰੱਖੀ, ਰਜਾਈ ਵੀ ਰੱਖੀ। ਇਹ ਕਹਿਣ ਦੀ ਲੋੜ ਤਾਂ ਨਹੀਂ ਰਹੀ ਨਾ। ਇੱਕ ਬਿਸਤਰਾ ਕਹਿਤਾ, ਸਾਰੇ ਬਿਸਤਰੇ ਦੇ ਕੱਪੜੇ ਵਿੱਚ ਆ ਗਏ। ਕੋਈ ਪ੍ਰਾਹੁਣਾ ਆਇਆ, ਉਹਨੂੰ ਵੱਡੇ ਬਜ਼ੁਰਗ ਨੇ ਕਹਿਤਾ ਇਹਨੂੰ ਪ੍ਰਸ਼ਾਦਾ ਛਕਾਓ। ਪ੍ਰਸ਼ਾਦਾ ਕਿਹਾ ਨਾ ਰੋਟੀ, ਇਹ ਨਹੀਂ ਕਿਹਾ ਦਾਲ ਵੀ ਖਿਲਾ ਦਿਓ, ਸਬਜ਼ੀ ਵੀ ਖਿਲਾ ਦਿਓ, ਘੀ ਵੀ ਪਾ ਦਿਓ, ਖੀਰ ਵੀ ਦੇ ਦਿਓ, ਰੋਟੀਆਂ ਵੀ ਰੱਖ ਦਿਓ, ਪਾਣੀ ਦਾ ਗਲਾਸ ਵੀ ਰੱਖ ਦਿਓ। ਇੱਕ ਪ੍ਰਸ਼ਾਦਾ ਕਹਿਤਾ, ਸਭ ਕੁਝ ਵਿੱਚੇ ਆ ਗਿਆ। ਇੱਕ ਲੋਭ ਕਹਿਤਾ, ਪੰਜੇ ਵਿੱਚੇ ਆ ਗਏ। ਅੱਜ ਕੇ ਆਖੋ ਸਤ। ਜਿਵੇਂ ਕਈ ਨਾ ਮਿਲਦੇ, ਮੈਨੂੰ ਤੁਹਾਨੂੰ ਵੀ ਮਿਲਿਓ। ਤੁਹਾਨੂੰ ਮਿਲਦੇ ਕੀ ਹੋਣਗੇ? ਤੁਸੀਂ ਤਾਂ ਆਪੇ ਹੈਗੇ। ਮਿਲਣਾ ਕੀ ਹੈ? ਤੁਹਾਡੇ ਤੇ ਤਾਂ ਕਿਰਪਾ ਹੈ। ਉਹ ਮੈਨੂੰ ਪੁੱਛਦੇ ਨੇ, ਬਾਬਾ ਜੀ ਮਾਸ ਖਾਣ ਤੋਂ ਨਹੀਂ ਹਟਾਇਆ। ਮੈਂ ਕਿਹਾ ਕਿੱਥੇ ਲਿਖਿਆ? ਕਹਿੰਦਾ ਮੱਛੀ ਖਾਣ ਤੋਂ ਹਟਾਇਆ।
क्यों कली मच्छी लिखे ना। भांग माछली सुरा पान जो जो प्राणी खाए। भांग माछली कहने भंग पीण तो हटाया, डोडिया तो नहीं हटाया, क्योंकि कला भंग लिखे हुए। कहने भंग तो हटाया, फीम की खुली कफे लाओ, समैक छको जी नहीं छकनी, भंग लिखे ना। फिर माछली कला लिखे, ਇਹਦਾ मतलब बकरे छकया करो न की अर्थ कढ़ते ने। बहुत बुरा असर पाए ना खरड़ ज्ञानियों ने। और जिन्हें देहधारी गुरु बैठे ने डेरे लाई, ये सब बाणी दे गलत अर्थ अपने ते ला रहे ने। अपने भोले सिख जिन्होंने बाणी का पता ही नहीं, वो सिखा की बाणी का तो साढ़े वर्गिया भी पता नहीं है। अज के आखो सतनाम ਜਿਹੜੇ ਲਾਇਸੈਂਸ ਚੱਕੀ ਫਿਰਦੇ ਆ, ਲਾਇਸੈਂਸ ਉਹ ਭਲੇਖੇ ਵਿੱਚ ਆ ਜਾਂਦੇ। ਹਾਂ ਇਹ ਬਾਣੀ ਦਾ ਠੀਕ ਅਰਥ ਕਰ ਰਹੇ। ਸਮਰਾਲੇ ਸਾਡੇ ਦੀਵਾਨ ਲੱਗਦੇ ਨੇ ਆਏ ਸਾਲ 9, ਉੱਥੇ ਸਿੱਖਾਂ ਦੀਆਂ ਕੁੜੀਆਂ CMC 'ਚ ਪੜ੍ਹਦੀਆਂ, ਕ੍ਰਿਸਚੀਅਨ ਮੈਡੀਕਲ ਕਾਲਜ ਤੁਸੀਂ ਜਾਣਦੇ ਹੋ, ਲੁਧਿਆਣੇ ਬਹੁਤ ਵੱਡਾ ਹਸਪਤਾਲ CMC। ਉੱਥੇ ਪਾਦਰੀ ਪੀੜ ਲਾਉਂਦਾ ਸਾਰੇ ਬੱਚਿਆਂ ਨੂੰ। ਈਸਾਈ ਪਾਦਰੀ ਰੱਖਿਆ ਵਾ ਉਹਨਾਂ ਨੇ, क्रिश्चन है ना, रखना जरूरी है। वो कुड़ियां कहदियां बाबा जी जिहड़ा उत्थे पादरी सानू आउंदा है घंटा लाउण, उन्हें कल गल कही है कि तुहाडे गुरु गोबिंद सिंह ने ईसा नू गुरु मन्निया। कॉलेज दे विच मैडिकल स्टूडेंट आ कुड़ियां, बाकी दी तां गल छड्डो। कहने उन्हें तुक पढ़ के सुनाई, श्री असकेत जागत के ईशा। देखो कैसी तो कहने जेड़े ईशा लिखे है, ये साढ़े ईसा मसीह नू लिखे है। अज के आखो सत हर गुरु गोबिंद सिंह लिख रहे हैं कि सारे जग का गुरु है। कहने दसो असीं की जवाब दईए। वो बिल्कुल समझा रहे हैं, कन्विंस कर रहे हैं कि दसो तुसीं क्यों नहीं ईसाई बनदियां, थोड़े गुरु गोबिंद सिंह ने मन्निया ईसा जगत का गुरु है। पर केड़ा दसे। मैं क्या कुड़ियो हुण उन्हें तो मैनू मिलना नहीं, तुसी एक गल पुछियो भी ये तुक शुरू कितों आउंदी है। सिरी तो, सिरी कहिए श्रेष्ठ, आसकेत आस नाम है कृपान दा, आस कृपान खंडो खड़ग तुम कवर तीर। आस कृपान नू कहने ते केत कहने झंडे नू, निशान साहब नू जिहड़ा गुरुद्वारे लगे हुए उन्होंने संस्कृत विच केत कहने। खड़ग केत मैं शरण तिहारी, उत्थे भी निशान साहब। ते गुरु गोबिंद सिंह जी कहते वो जग दा रब है, ईशा कहिए परमात्मा, जिहदे हथ विच कृपान दा निशान साहब फड़िया होया। श्री आस केत, अस कहिए कृपान, केत कहिए झंडा। हर धर्म का आपो अपना झंडा हुंदा है। इंग्लैंड वालियां दा अपना है, कनेडा वालियां दा अपना, वो दरखत का ही पत्ता लाउने। अमरीका वालियां दे स्टार ने, मुसलमानां दा चंद्रमा होगा, ते खालसे दा खंडा तलवार होवेगा, झंडे ते निशान। देवी दा लाल रंग दा कपड़ा होगा, मंदिरां दे जुदे ने। वो रब किते झंडे तो बिना ही फिरदा। गुरु गोबिंद सिंह जी कहते ओदे हथ विच श्री साहब तलवार दा झंडा है, श्री असकेत। मैं कहा कुड़ियो तुसीं ऐ पुछे उस पादरी नू भी थोड़े ईसा ने कदे तलवार तां की चाकू भी फड़ के देखे। जे कोई जवाब देने आवे तां मनने। भोले सिंह फस गए बस कि गुरु गोबिंद सिंह ने लिखता सीरियस के जगत के ईसा। मैं क्या उन्हें तो चाकू फड़ के नहीं देखे, चुप करके जाके फांसी चढ़ गया। को सतनाम नाल दे रात नूं ही छड्डिया है बेचारे नूं। मैं कहा तलवार चकी है हर गोबिंद शाह महाराज ते तुहाडे बाजां वाले गुरु गोबिंद सिंह महाराज। उन्हें तो देखी भी नहीं होनी तलवार की। भाव बाणी दे पुठे अर्थ। बड़े शांति की गल सुनाते होंगे, कहते किसी सिख ने अंबरसर
ਪੈਸੇ ਲੈ ਲੈ ਕੁੜੀ ਦੇ ਵਿਆਹ ਨੂੰ 200 ਰੁਪਈਆ, ਗਰੀਬ ਸੀ, ਉਹਨੇ ਦੇ ਦਿੱਤੇ, ਕਹਿੰਦਾ ਦੇ ਦੂੰਗਾ। ਜਦੋਂ ਮੰਗੇ ਟਾਲ ਮਟੋਲੇ ਕਰੀ ਗਏ, ਸਾਲ ਲੰਘ ਗਏ, ਆਖਰ ਜਵਾਬ ਦੇ ਦਿੱਤਾ, ਕਹਿੰਦਾ ਮੈਂ ਨਹੀਂ ਦੇਣੇ। ਉਹਨੇ ਗੁਰੂ ਅਰਜਨ ਪਾਤਸ਼ਾਹ ਨੂੰ ਕਹਿਤਾ ਕਿ ਮਹਾਰਾਜਾ ਮੂਹਰੇ ਬੈਠਦਾ ਤੁਹਾਡਾ ਸਿੱਖ, ਇਹਨੂੰ ਮੈਂ 200 ਰੁਪਈਏ ਗਰੀਬ ਸਮਝ ਕੇ ਕੁੜੀ ਦਾ ਵਿਆਹ ਤਾਂ ਦੇ ਦਿੱਤੇ, ਇਹ ਮੁੱਕਰੇ ਗਿਆ, ਦਿੰਦਾ ਹੀ ਨਹੀਂ। ਸਤਿਗੁਰੂ ਅਰਜਨ ਦੇਵ ਕਹਿੰਦੇ ਸਿੱਖਾ, ਮੁੱਕਰਨਾ ਤਾਂ ਬਹੁਤ ਮਾੜਾ ਹੁੰਦਾ, ਤੂੰ ਮਿਹਨਤ ਕਰ, ਤਰਲਾ ਕਰ, ਥੋੜੇ ਥੋੜੇ ਕਰਕੇ ਦੇ ਦੇ, ਤੂੰ ਮੁੱਕਰਦਾ ਸਿੱਖ ਹੋ ਕੇ। ਕਹਿੰਦਾ ਮਹਾਰਾਜ ਬਾਬੇ ਨਾਨਕ ਨੇ ਲਿਖਿਆ ਕਿ ਇੱਥੇ ਲੈ ਲੈ ਮੁੱਕਰ ਪਾਏ ਅੱਜ ਕੇ ਕੋ ਸਤ ਨੇ। ਦੇਖੋ ਅਰਥ ਬਾਣੀ, ਕਹਿੰਦਾ ਉਹਨੇ ਕਿੰਨੇ ਹੀ ਲਿਖੇ, ਮੈਨੂੰ ਵੀ ਕੋਨਾ ਚੋਂ ਹੀ ਗਿਣ ਲਓ ਕਿ ਇੱਥੇ ਲੈ ਲੈ ਮੁੱਕਰ ਪਾਏ। ਹੁਣ ਕੀ ਅਰਥ ਕਰੋਗੇ? ਇਹਦਾ ਅਰਥ ਕਰਨਾ ਵੀ ਮੁੱਕਰੀ ਜਾਓ ਲੈ ਲੈ ਕੇ। ਸਤਿਗੁਰ ਕਹਿੰਦੇ ਸਿੱਖਾ ਗਾਹਾਂ ਲਈ ਤੂੰ, ਕਹਿੰਦਾ ਉਹਦੀ ਅਜੇ ਮੈਨੂੰ ਲੋੜ ਨਹੀਂ ਹੈ ਅੱਜ ਕੇ ਆਖੋ ਸਤ। ਕਹਿੰਦੇ ਮੂਰਖ ਕਾਹੀ ਖਾਏ, ਉਹ ਜਿਹੜੇ ਲੈ ਕੇ ਮੁੱਕਰਦੇ ਐ ਖਾਹੀ ਖਾਹੇ। ਗ੍ਰੰਥੀ ਸਿੰਘ ਸੁਣਦੇ ਨੇ ਸਾਡੇ ਹੈਡ ਗ੍ਰੰਥੀ ਸਾਹਿਬ, ਖਾਹੀ ਖਾਏ, ਉਹ ਮੂਰਖ ਨੇ ਲੈ ਕੇ ਮੁੱਕਰੀ ਚੀਜ਼ ਨੂੰ ਜਿਹੜੇ ਪਦਾਰਥ ਖਾਣੇ ਹੈ ਨਾ ਵਰਤਦੇ, ਮਰਜ ਕਹਿੰਦੇ ਖੇ ਖਾ ਰਹੇ ਨੇ ਅੱਜ ਕੇ ਆਖੋ ਸਤ। ਭੇਦ ਹੈ ਬਾਣੀ ਵਿੱਚ, ਨਹੀਂ ਨਿਕਲਦੇ ਹੁੰਦੇ ਛਿੱਤਰ ਖਾਦੇ ਬਿਨਾਂ। ਉਹ ਰੋਟੀ ਪਾਣੀ ਨਹੀਂ ਉਹਨਾਂ ਪੈਸਿਆਂ ਦਾ ਖਾਂਦੇ, ਖੇ ਖਾਂਦੇ ਫਿਰਦੇ ਨੇ ਜਿਹੜੇ ਮੁੱਕਰ। ਤੁਹਾਨੂੰ ਬਚਨ ਕੀਤਾ ਬਾਣੀ ਦੇ ਅਰਥ ਉਥਾਨਕਾ ਬਿਨਾਂ ਨਹੀਂ ਹੋ ਸਕਦੇ। ਇਹ ਦੇਹਧਾਰੀ ਡੇਰੇ ਵਾਲੇ ਆਪਣੇ ਤੇ ਹੀ ਵਰਤੀ ਜਾਂਦੇ, ਇਹ ਸਾਡੇ ਖਾਤਰੇ ਤੋਗਾ ਵਿਚਾਰੀਆਂ, ਬਸ ਆਪਣੀਆਂ ਆਪਣੀਆਂ ਤੋਕਾਂ। ਕਾਨੜੇ ਰਾਗ ਵਿੱਚ ਇੱਕ ਤੋਕ ਆਉਂਦੀ ਹੈ, ਗੁਰਮੰਤਰ ਦੇ ਹਰ ਕਾਨ, ਲਿਖਿਆ ਬਾਣੀ ਵਿੱਚ ਕਿ ਗੁਰੂ ਜੀ ਕੰਨਾਂ ਵਿੱਚ ਮੰਤਰ ਦਿੰਦੇ ਨੇ। ਕਾਨੜਾ ਰਾਗ ਪੜ੍ਹ ਲਿਓ, ਇਹ ਕੰਨਾਂ 'ਚ ਮੰਤਰ ਦੇਣ ਵਾਲੇ ਇਹੀ ਤੁਕ ਕੱਢੀ ਫਿਰਦੇ। ਕਹਿੰਦੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਮੰਤਰ ਕੰਨਾਂ 'ਚ ਦੇਣਾ ਚਾਹੀਦਾ ਹੈ, ਅੱਜ ਕੇ ਆਖੋ ਸਤ। ਉਹ ਕੰਨਾਂ 'ਚ ਦਿੰਦੇ। ਤੁਹਾਨੂੰ ਵੀ ਕਈ ਮਿਲੇ ਹੋਣੇ, ਕਹਿ ਦੋ ਜੀ ਅੰਬਰ ਛਕ ਲਓ, ਬਾਬਾ ਜੀ ਅਸੀਂ ਤਾਂ ਕੰਨਾਂ 'ਚ ਮੰਤਰ ਲਿਆ। ਫਿਰਦੇ ਨੇ ਕਈ ਕੰਨਾਂ 'ਚ ਲਈ। ਉਹਨਾਂ ਨੂੰ ਹੱਥ ਬੰਨ ਕੇ ਪੁੱਛਿਓ ਵੀ ਤੁਹਾਡੇ ਗੁਰੂ ਨੇ ਤਾਂ ਕੰਨਾਂ 'ਚ ਦਿੱਤਾ ਹੈ, ਜਦ 5 ਪਿਆਰੇ ਅੰਬਰ ਛਕਾਉਣਗੇ ਉਹ ਤੁਹਾਡੇ ਨਾਸਾਂ 'ਚ ਦੇਣਗੇ। ਇਹਨੂੰ ਗੱਲ ਨੂੰ ਸਮਝਿਓ ਨਾ, ਮਨਮਤੀਆਂ ਦੇ ਆਖੇ ਨਾ ਲੱਗੋ। ਗੁਰੂ ਦਾ ਮੰਤਰ ਕੰਨਾਂ ਤੋਂ ਬਿਨਾਂ ਦਿੱਤਾ ਹੀ ਨਹੀਂ ਜਾ ਸਕਦਾ। ਜਦ ਵੀ ਮੰਤਰ ਸੁਣਨਗੇ ਕੰਨ ਸੁਣਨਗੇ, ਅੱਖਾਂ ਨਹੀਂ ਸੁਣਦੀਆਂ, ਨਾਸਾਂ ਨਹੀਂ ਸੁਣਦੀਆਂ, ਮੂੰਹ ਨਹੀਂ ਸੁਣਦਾ। ਮੰਤਰ ਦਿੱਤਾ ਹੀ ਕੰਨਾਂ ਵਿੱਚ ਜਾ ਸਕਦਾ। ਗੱਲ ਤਾਂ ਇਹ ਹੈ ਕਿ ਗੁਰੂ ਦਾ ਮੰਤਰ ਕੰਨਾਂ ਨਾਲ ਧਿਆਨ ਨਾਲ ਸੁਣੋ। ਗੁਰੂ ਮੰਤਰ ਦੇ ਰਿਹਾ, ਕੰਨਾਂ ਵਿੱਚ ਪਾਓ, ਧਿਆਨ ਨਾਲ ਸੁਣੋ। ਉਹ ਕਹਿੰਦੇ ਗੁਰੂ ਕਹਿ ਰਹੇ ਦੋਏ ਮੰਤਰ ਕੰਨਾਂ 'ਚ ਦਿੰਦੇ ਨੇ। ਇੱਥੇ ਵੀ ਬਥੇਰੇ ਹੈ, ਮੈਨੂੰ ਡਰੇ ਹੈ ਕੋਈ ਵਿੱਚ ਵੀ ਨਾ ਬੈਠਾ ਹੋਵੇ ਅੱਜ ਕੇ ਆਖੋ ਸਤ। ਬੜੇ ਨੇ, ਪਤਾ ਹੀ ਨਹੀਂ ਲੱਗਦਾ, ਨੰਨੇ ਰਹਿਣ। ਪਰ ਤੁਸੀਂ ਗੁਰੂ ਨੂੰ ਸਮਝੋ। ਗੁਰਸਿੱਖ ਪਿਆਰਿਓ, ਗੱਲ ਚੱਲੀ ਸੀ ਬਾਣੀ ਦੇ ਅਰਥ ਬਹੁਤ ਡਰ ਕੇ ਕਰੋ। ਪਹਿਲਾਂ ਰਗੜਾਈ ਕਰਾਓ ਆਪਣੀ, ਮਜਾਈ ਕਰਾਓ ਆਪਣੀ। 5 ਪਿਆਰਿਆਂ ਦੀ ਵੀ ਪਹਿਲਾਂ ਸਿੰਘ ਗ੍ਰੰਥੀ ਬੈਠਾ ਸਦਾਈ ਕਰੂਗਾ, ਚਾਹੇ ਕਿੰਨੇ ਹੀ ਪੱਕੇ ਖਾਲਸੇ ਹੋਣ, ਤਾਂ ਪਿਆਰਿਆਂ ਵਿੱਚ ਲੱਗ ਸਕਦੇ। ਬਾਣੀ ਬੋਲਣ ਲੱਗੇ ਕੋਈ ਸਦਾਈਓ ਨਹੀਂ, ਜੋ ਮਰਜੀ ਬੋਲੀ ਜਾਓ ਅੱਜ ਕੇ ਆਖੋ ਗੜਬੜ। ਆਓ ਤੁਕ ਵੱਲ ਧਿਆਨ ਦਿਓ। ਐਡੀ ਨਿਮਰਤਾ, ਐਡੀ ਪਦਵੀ ਨੂੰ ਪ੍ਰਾਪਤ ਹੋ ਗਏ। ਬਚੇ ਹੋਏ ਇਹਨਾਂ ਗੱਲਾਂ ਤੋਂ ਲੱਭ ਕੱਲਾ ਆਏ, ਲੱਭ ਬਣਾਏ ਮਾਨਸਾ ਜਿਉ ਪਾਣੀ ਬੂਰ। ਬਚ ਕੇ ਰਹੋ ਇਹਨਾਂ ਪੰਜਾਂ ਤੋਂ। ਵਰਿਆ ਦਰਗਾਹ ਹੈ ਗੁਰੂ ਕੀ ਕੁਦਰਤੀ ਨੂਰ। ਗੁਰੂ ਕੀ ਦਰਗਾਹ, ਦਰਗਾਹ ਪਤਾ ਕੀ ਹੁੰਦਾ? ਜਿਹਨੂੰ ਆਪਾਂ ਦਰਬਾਰ ਕਹਿੰਦੇ ਨਾ,
ਦਰਬਾਰ ਹਿੰਦੀ ਦਾ ਸ਼ਬਦ ਹੈ, ਦਰਗਾਹ ਫਾਰਸੀ ਦਾ ਸ਼ਬਦ ਹੈ। ਦਰਬਾਰ ਕਹਿ ਲੋ, ਦਰਗਾਹ ਕਹਿ ਲੋ, ਕੋਈ ਫਰਕ ਨਹੀਂ ਹੈ। ਅੱਜ ਕੇ ਆਖੋ ਸਤ। ਮੁਸਲਮਾਨ ਕਹਿਣਗੇ ਪੀਰ ਦੀ ਦਰਗਾਹ, ਸਿੱਖ ਕਹਿਣਗੇ ਗੁਰੂ ਜੀ ਦਾ ਦਰਬਾਰ, ਦੇਵੀ ਕਾ ਦਰਬਾਰ। ਦਰਬਾਰ ਦਰਗਾਹ ਇੱਕੋ ਚੀਜ਼ ਹੈ। ਵਰੀਏ ਦਰਗਾਹ ਗੁਰੂ ਕੀ, ਗੁਰੂ ਕੌਣ? ਗੁਰੂ ਨਾਨਕ ਦੀ ਦਰਗਾਹ। ਦਰਬਾਰ ਜੀ ਤੇ ਬੈਠੇ ਨੇ ਗੁਰੂ ਅੰਗਦ ਦੇਵ ਮਹਾਰਾਜ, ਕੁਦਰਤੀ ਨੂਰ। ਇਹ ਤੋਂ ਵੀ ਬਚ ਕੇ ਰਹੋ। ਅਸੀਂ ਮੇਕਅਪ ਕਰਕੇ ਨੂਰ ਬਣਾਉਂਦੇ ਫਿਰਦੇ, ਸੁੰਦਰਤਾ ਬਣਾਉਂਦੀ ਫਿਰਦੀ ਹੈ ਦੁਨੀਆ। ਕਿੰਨੇ ਕੁ ਚਿਰ ਰਹਿੰਦੀ ਹੈ? 2-3 ਘੰਟੇ। ਫੇਰ ਕਰੋ ਕਿਤੇ ਵਾਹਿਗੁਰੂ ਦਾ ਸਿਮਰਨ ਕਰ ਲਓ, ਸੱਚ ਨੂੰ ਹਿਰਦੇ ਵਸਾ ਲਓ, ਤੁਹਾਡੇ ਚਿਹਰੇ ਤੇ ਕੁਦਰਤੀ ਨੂਰ ਆ ਜਾਊਗਾ। ਅੱਜ ਕੇ ਆਖੋ ਸਤ। ਗੁਰੂ ਨਾਨਕ ਦੇ ਦਰਬਾਰ ਵਿੱਚ, ਨਾਲੇ ਮੈਂ ਤੁਹਾਨੂੰ ਬੇਨਤੀ ਕਰਦਾ, ਮੇਰੀਆਂ ਧੀਆਂ ਭੈਣਾਂ ਬੜੀਆਂ ਇੱਥੇ ਤਾਂ ਆਨੰਦ ਆਉਂਦਾ ਦੇਖ ਕੇ। ਜੋਬ ਤੇ ਜਾਣੇ, ਜੋ ਮਰਜੀ ਕੱਪੜਾ ਪਾ ਲਓ, ਗੁਰੂ ਘਰ ਆਉਣੇ ਸਾਦੇ ਤੋਂ ਸਾਦੀ ਪੋਸ਼ਾਕ ਪਾ ਕੇ ਆਓ, ਜਿਹੜੀ ਗੁਰਮਤ ਵਿੱਚ ਅਲਾਉਡ ਹੈ ਉਹ ਪਾ ਕੇ ਆਓ। ਅਸੀਂ ਗੁਰੂ ਘਰਾਂ ਵਿੱਚ ਵੀ ਦੇਖਿਆ ਉਹ ਪੋਸ਼ਾਕਾਂ, ਉਹ ਕੱਪੜੇ ਜਿਨ੍ਹਾਂ ਨੂੰ ਦੇਖ ਕੇ ਮਨ ਹਿੱਲੇ ਲੋਕਾਂ ਦਾ, ਅਟਰੈਕਸ਼ਨ ਹੋਵੇ। ਨਹੀਂ ਨਹੀਂ ਨਹੀਂ, ਤੂੰ ਐਸਾ ਬਣ ਕੇ ਆ ਕਿਸੇ ਨੂੰ ਦਿਖੇ ਹੀ ਨਾ। ਅੱਜ ਕੇ ਆਖੋ ਗੱਲ ਸੁਣਨੀ ਆ ਹੁਣ। ਜੇ ਜੱਗ ਦੀਆਂ ਨਿਗਾਹ ਵਿੱਚ ਆਉਣ ਦੀ ਇੱਛਾ ਹਟ ਗਈ, ਉਦਣੇ ਰੱਬ ਦੀ ਨਿਗਾਹ ਵਿੱਚ ਆ ਜਾਏਗਾ। ਜਿੱਦਣ ਸੰਸਾਰ ਦੀ ਨਿਗਾਹ ਤੋਂ ਬਚ ਗਿਆ, ਉੱਚਾ ਹੋ ਗਿਆ, ਉਦਣੇ ਨਿਰੰਕਾਰ ਦੀ ਨਿਗਾਹ ਵਿੱਚ ਆ ਜਾਏਗਾ। ਅਸੀਂ ਧਰਮ ਸਥਾਨਾਂ ਤੇ ਵੀ ਸੰਸਾਰ ਦੀ ਨਿਗਾਹ ਵਿੱਚ ਆਉਣਾ ਚਾਹੁੰਦੇ ਹਾਂ, ਇੱਥੇ ਨਿਰੰਕਾਰ ਦੀ ਨਿਗਾਹ ਵਿੱਚ। ਤਾਂ ਗੁਰਸਿੱਖ ਪਿਆਰਿਓ, ਸਾਦੀ ਤੋਂ ਸਾਦੀ ਰੱਖ ਗਰੀਬੀ ਵੇਸ਼, ਇਹ ਸਾਨੂੰ ਬਖਸ਼ਿਸ਼ ਕੀਤਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਲੱਭ ਬਣਾਏ ਮਾਨਸਾ ਜਿਉ ਪਰ। ਉੱਥੇ ਗੁਰੂ ਨਾਨਕ ਦੇ ਦਰਗਾਹ ਵਿੱਚ ਕੀ ਵਰਤ ਰਿਹਾ ਹੈ? ਕੁਦਰਤੀ ਨੂਰ। ਕਿਹੋ ਜਿਹਾ ਨੂਰ ਵਰਤ ਰਿਹਾ ਹੈ, ਕਿਹੋ ਜਿਹਾ ਆਨੰਦ ਹੈ, ਕਿਹੋ ਜਿਹਾ ਚਿਹਰਾ ਹੈ। ਕਿਸ ਸਥਾਨ ਤੇ ਪੁੱਜ ਕੇ ਗੁਰੂ ਅੰਗਦ ਦੇਵ। ਅਗਲੀ ਤੁਕ ਸੁਣੋ। ਜਿਤ ਸੋ ਹਾਥ ਨ ਲੱਭਈ, ਤੂੰ ਉਹ ਠਰੂਰ। ਠਰੂਰ ਦੇ 2 ਅਰਥ ਨੇ ਭਾਈ। ਇੱਕ ਤਾਂ ਠਾਰ, ਠੰਡਾ, ਅਤੀ ਠੰਡਾ, ਜਿਹਨੂੰ ਹੱਥ ਨਾ ਲਾ ਸਕੀਏ। ਇੱਕ ਠਰੂਰ, ਠੌਰ, ਜਗ੍ਹਾ। ਇਹ ਗੁਰੂ ਅੰਗਦ ਦੇਵ ਜੀ, ਉਸ ਕੁਦਰਤੀ ਨੂਰ ਨੇ ਤੇਰੇ ਅੰਦਰ ਇੰਨੀ ਠੰਡ ਪੈਦਾ ਕਰਤੀ, ਤੂੰ ਇੰਨੀ ਨਿਮਰਤਾ ਵਿੱਚ ਆ ਗਿਆ, ਇੰਨੀ ਸ਼ਾਂਤੀ ਦਾ ਭੰਡਾਰਾ ਕਿ ਤੇਰੇ ਕੋਲ ਇੰਨੀ ਠੰਡ ਹੈ, ਹੱਥ ਲਾਉਣ ਨੂੰ ਵੀ ਜੀ ਨਹੀਂ ਕਰਦਾ, ਹੱਥ ਵੀ ਠਰਦਾ। ਭਾਵ ਕਿ ਜਿਹੜਾ ਤੇਰੇ ਕੋਲ ਆ ਗਿਆ ਉਹ ਵੀ ਸ਼ਾਂਤੀ ਵਿੱਚ ਆ ਗਿਆ। ਅੱਜ ਕੇ ਆਖੋ ਸਭ। ਠੰਡੀ ਜਗ੍ਹਾ ਜਾਣ ਵਾਲਾ ਠੰਡਾ ਹੋਵੇਗਾ ਨਾ। ਜਿਤ ਸੋ ਹਾਥ ਨਾ ਅਪੜੇ। ਇੰਨੀ ਠੰਡ ਹਾਥ ਨਾ ਅਪੜੇ ਦਾ ਦੂਜਾ ਅਰਥ ਕਰੋ ਲੱਭਈ। ਜਿਤ ਸੋ ਹਾਥ ਨਾ ਲੱਭਈ। ਗੁਰਮੁਖ ਪਿਆਰਿਓ, ਹੱਥ ਨਾ ਆਉਣਾ, ਪਕੜ ਚ ਨਾ ਆਉਣਾ, ਹਾਥ ਮਿਣਿਆ ਨਾ ਜਾਣਾ। ਕਿਨ ਹੱਥਾਂ ਲਾ ਦੇਖੀਏ, ਕੌਣ ਹੱਥਾਂ ਨਾਲ ਸਮੁੰਦਰ ਨੂੰ ਮਿਲੂਗਾ। ਤੂੰ ਗਿਣਤੀ ਮਿਣਤੀ ਤੋਂ ਤੇਰੀ ਠੰਡ, ਤੇਰਾ ਦਰਬਾਰ, ਤੇਰੀ ਜਗ੍ਹਾ ਇੰਨੀ ਉੱਚੀ ਹੋ ਗਈ, ਗਿਣਤੀ ਮਿਣਤੀ ਤੋਂ ਬਾਹਰ ਹੈ। ਨੌ ਨਿਧ ਨਾਮ ਨਿਧਾਨ ਹੈ, ਤੁਧ ਵਿੱਚ ਭਰਪੂਰ। ਨਿਮਰਤਾ ਇੰਨੀ, ਸੰਜਮ ਇੰਨਾ, ਠੰਡਾ ਇੰਨੀ, ਪਰ ਰਿਧੀਆਂ ਸਿੱਧੀਆਂ ਤੇਰੇ ਚਰਨਾਂ ਵਿੱਚ ਫਿਰ ਰਹੀਆਂ। ਰਿਧੀਆਂ ਸਿੱਧੀਆਂ ਦੇ ਖਜ਼ਾਨੇ ਕਿੱਥੋਂ ਲੱਭੇ ਤੈਨੂੰ? ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੋਂ। ਰਿੱਧ ਸਿੱਧ ਨਾਵੇ ਕੀ ਦਾਸੀ, ਬਾਣੀ ਨੇ ਕਹਿ ਦਿੱਤਾ ਹੈ। 9 ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾ।
ਇਹ ਰਿਧੀਆਂ ਸਿੱਧੀਆਂ ਤਾਂ ਪਿੱਛੇ ਤੁਰਦੀਆਂ ਨੇ, ਜਿੱਥੇ ਵਾਹਿਗੁਰੂ ਦਾ ਨਾਮ, ਰਿਧੀਆਂ ਸਿੱਧੀਆਂ ਦੇ ਖਜ਼ਾਨੇ ਤੇਰੀ ਦਰਗਾਹ ਵਿੱਚ, ਤੇਰੇ ਦਰਬਾਰ ਵਿੱਚ। ਬਾਹਰ ਖੜੇ ਰਹਿਣ ਤੇ ਗੱਡੇ ਭਰੇ, ਅੰਦਰ ਨਹੀਂ ਸੀ ਆਉਣ ਦਿੰਦੇ ਮਹਾਰਾਜ। ਮਾਇਆ ਲਈ ਖੜੇ ਰਹਿੰਦੇ ਸੀ ਲੋਕ, ਕਿਉਂ ਨਹੀਂ ਸੀ ਆਉਣ ਦਿੰਦੇ? ਪਹਿਲਾਂ ਆਈ ਹੋਈ ਵਰਤਣੀ ਹੈ ਤਾਂ ਦੂਜੀ ਨੂੰ ਆਉਣ ਦੇ। ਇਹੋ ਜਿਹੇ ਭੰਡਾਰੇ ਸਨ। ਨਿੰਦਾ ਤੇਰੀ ਜੋ ਕਰੇ ਸੋ ਵੰਜੈ ਚੂਰ। ਜਿਹੜੇ ਤੇਰੇ ਕੋਲ ਆ ਗਏ, ਸ਼ਰਨ ਵਿੱਚ ਆ ਗਏ, ਤੂੰ ਠੰਡ ਦਾ ਘਰ, ਤੂੰ ਉਚਾਈ ਦਾ ਘਰ, ਉਹ ਵਿਸ਼ੇ ਵਿਕਾਰਾਂ ਦੀ ਅੱਗ ਤੋਂ ਬਚ ਕੇ ਠੰਡੇ ਵੀ ਹੋ ਗਏ। ਉਹ ਨੀਚ ਕਰਮਾਂ ਨੂੰ ਛੱਡ ਕੇ ਉੱਚੇ ਵੀ ਹੋ ਗਏ। ਪਰ ਜਿਨ੍ਹਾਂ ਨੇ ਤੇਰੀ ਨਿੰਦਿਆ ਕੀਤੀ, ਉਹਨਾਂ ਨੇ ਆਪਣੀ ਮੌਤ ਆਪਣੇ ਆਪ ਸਹੇੜ ਲਈ। ਸੋ ਵੰਜੈ ਚੂਰ। ਵੰਜੇ ਕਹੀਏ ਨਾਸ ਹੋਣਾ, ਚੂਰ ਕਹੀਏ ਛੋਟਾ ਛੋਟਾ ਕਣਕਾ ਕਣਕਾ ਹੋਣਾ। ਮਰਨਾ ਤਾਂ ਸਭ ਨੇ ਹੈ, ਪਰ ਕਿਣਕਾ ਕਿਣਕਾ ਹੋ ਕੇ, ਚੂਰਾ ਹੋ ਕੇ। ਕਦੇ ਦੇਖਿਆ ਹੋਣਾ ਤੁਸੀਂ, ਹਾਲਾਤ ਵਿਗੜ ਜਾਂਦੀ ਹੈ ਮਨ ਦੀ। ਕਈ ਐਸੇ ਐਕਸੀਡੈਂਟ ਹੋ ਜਾਂਦੇ ਹੈ, ਕੋਈ ਅੰਗ ਸਾਬਤਾ ਰਹਿੰਦਾ ਹੀ ਨਹੀਂ। ਕੀ ਕਹਿੰਦਾ ਉੱਥੇ ਮਨ? ਮੌਤ ਤਾਂ ਆਈ, ਪਰ ਐਸੀ ਮਾੜੀ ਆਈ ਅੱਜ ਕੇ ਆਖੋ ਸਤ। ਨਿੰਦਾ ਕਰਨ ਵਾਲਿਆਂ ਦੀ ਇਹੋ ਜਿਹੀ ਮੌਤ ਹੁੰਦੀ ਹੈ। ਨੇੜੇ ਦਿਸੈ ਮਾਤ ਲੋਕ ਦੁੱਧ ਸੁਝੈ ਦੂਰ। ਇਹ ਜਿਹੜੇ ਨਿੰਦਾ ਕਰਦੇ ਨੇ, ਗੁਰੂ ਤੋਂ ਬੇਮੁਖ ਨੇ, ਉਹਨਾਂ ਨੂੰ ਜਗ ਨੇੜੇ ਦਿਖਦਾ। ਸਮਝੋ ਬਾਣੀ ਦੇ, ਨੇੜੇ ਦਿਸੈ ਮਾਤ ਲੋਕ ਆ ਜਗ। ਗੁੱਸਾ ਤਾਂ ਨਹੀਂ ਕਰੋਗੇ? ਆਪਾਂ ਨੂੰ ਵੀ ਇਹੀ ਨੇੜੇ ਦਿਖਦਾ ਹੈ ਅੱਜ ਕੇ ਆਖੋ ਸਤ। ਆਪਾਂ ਵੀ ਜਗ ਨੂੰ ਨੇੜੇ ਦਿਖ, ਪਰ ਜਿਹੜੇ ਗੁਰੂ ਦੇ ਕੋਲ ਆ ਜਨੇ, ਦਿਸੈ ਦੂਰ। ਅਗਲਾ ਜਹਾਨ ਦਿਖਣ ਲੱਗ ਪੈਂਦਾ। ਅੱਗੇ ਜੋ ਹੋਣਾ ਆਪਾਂ ਨੂੰ ਦਿਖ ਰਿਹਾ। ਜੋ ਇੱਥੇ ਜੋਬ ਕਿਹੜੀ ਕਰਦਾ, ਚੈੱਕ ਕਿੰਨਾ ਮਿਲਿਆ, ਬੈਂਕ ਬੈਲੈਂਸ ਕਿੰਨਾ, ਮੁੰਡੇ ਕੁੜੀਆਂ ਕਿੰਨੇ, ਕੋਠੀ ਕਿਹੋ ਜਿਹੀ ਹੈ, ਇਹ ਇੱਥੇ ਦਾ ਜੱਗ ਦਿਸਦਾ। ਜਿਹੜੇ ਗੁਰੂ ਅੰਗਦ ਦੇਵ ਦੇ ਕੋਲ ਆ ਗਏ, ਉਹਨਾਂ ਨੂੰ ਦਿਸ ਪੈਂਦਾ ਮੇਰੇ ਨਾਲ ਗਾਹਾਂ ਕੀ ਵਰਤਣਾ, ਮੈਂ ਗਾਹਾਂ ਕੀ ਬਣਨਾ। ਨੇੜੇ ਦਿਸੈ ਮਾਤ ਲੋਕ। ਮਨਮੁਖਾਂ ਨੂੰ ਜਗ ਨੇੜੇ ਦਿਖਦਾ, ਗੁਰਮੁਖਾਂ ਨੂੰ ਰੱਬ ਨੇੜੇ ਦਿਖਦਾ। ਹੋਰ ਅਰਥ ਕਰੋ, ਮਨਮੁਖਾਂ ਨੂੰ ਜੀਵਨ ਨੇੜੇ ਦਿਖਦਾ, ਜਿਉਣਾ। ਗੁਰਮੁਖਾਂ ਨੂੰ ਮੌਤ ਨੇੜੇ ਦਿਖਦੀ। ਮਨਮੁਖਾਂ ਨੂੰ ਰਹਿਣਾ ਨੇੜੇ ਦਿਖਦਾ, ਗੁਰਮੁਖਾਂ ਨੂੰ ਜਾਣਾ ਨੇੜੇ ਦਿਖਦਾ। ਕੀ ਗਰੰਟੀ ਹੈ ਰਹਿਣ ਦੀ ਇੱਥੇ? ਮਤ ਕੇ ਜਾਪੈ ਸਾ ਆਵੇ ਕਿ ਨਾ। ਉਹ ਗੁਰੂ ਅੰਗਦ ਦੇਵ, ਗੁਰੂ ਜੀ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦੀਆਂ ਨੇ। ਤੁਧ ਸੁਝੈ ਦੂਰ। ਇਹ ਗੁਰੂ ਅੰਗਦ ਦੇਵ ਜੀ ਇਸ ਲੋਕਾਂ ਨੂੰ, ਨਿੰਦਕਾਂ ਨੂੰ, ਆਪਣੀ ਵਡਿਆਈ, ਆਪਣਾ ਧਨ ਦੌਲਤ, ਇਹ ਜਗ ਨੇੜੇ ਦਿਖਦਾ। ਇਹ ਗੁਰੂ ਅੰਗਦ ਦੇਵ ਜੀ, ਤੈਨੂੰ ਅਗਲਾ ਜਹਾਨ, ਰੱਬ ਨੇੜੇ ਦਿਖਣਾ ਛੋਟੀ ਕਰਮਾਂ ਦੀ ਗੱਲ ਨਹੀਂ ਹੈ। ਰੱਬ ਨੇੜੇ ਦਿਖ ਜਾਵੇ। ਤੇ ਮੈਂ ਇੱਕ ਦਿਨ ਕਿਹਾ ਸੀ ਤੁਹਾਨੂੰ, ਫੇਰ ਸੁਣ ਲਓ। ਕਿਹੜਾ ਜਿਹਾ ਬਚਨ ਕਹਿਣ ਲੱਗੇ, ਤੁਹਾਡੇ ਵਿੱਚੋਂ ਜਿਹੜਾ ਸਿੱਖ ਇਹ ਸੋਚੇ ਕਿ ਮੇਰਾ ਗੁਰੂ ਗੁਰਦੁਆਰੇ ਹੈ, ਸੋਚੇ ਕੀ ਸੋਚੀ ਬੈਠੇ। ਕਈ ਨਹੀਂ ਦਿੰਦੇ ਇਹਨੂੰ ਗੁਰਦੁਆਰੇ ਲਿਜਾ ਕੇ ਕਸਮ ਖੜਾਓ। ਇਹਦਾ ਮਤਲਬ ਗੁਰਦੁਆਰੇ ਹੀ ਹੈ ਗੁਰੂ, ਸੜਕ ਤੇ ਨਹੀਂ ਹੈ, ਖੇਤ ਵਿੱਚ ਨਹੀਂ ਹੈ, ਤੇਰੇ ਕੋਲ ਨਹੀਂ ਹੈ, ਗੁਰਦੁਆਰੇ ਲਿਜਾਓ। ਨਹੀਂ, ਸਿੱਖ ਉਹ ਨਹੀਂ ਹੁੰਦਾ ਜਿਹੜਾ ਸਮਝੇ ਮੇਰਾ ਗੁਰੂ ਗੁਰਦੁਆਰੇ। ਸਿੱਖ ਪਤਾ ਕੌਣ ਹੁੰਦਾ? ਸਿੱਖ ਉਹ ਹੈ ਜਿਹੜਾ ਇਹ ਸੋਚ ਕੇ ਚੱਲੇ, ਗੁਰ ਮੇਰੇ ਸੰਗ ਸਦਾ ਹੈ। ਜੇ ਜੋਬ ਤੇ ਖੜਾ ਹੈ, ਗੁਰੂ ਮੇਰੇ ਨਾਲ ਹੈ। ਬੱਸ ਵਿੱਚ ਬੈਠਾ, ਗੁਰੂ ਮੇਰੇ ਨਾਲ ਹੈ। ਰੋਟੀ ਖਾਣਾ, ਗੁਰੂ ਮੇਰੇ ਨਾਲ ਹੈ। ਕੰਮ ਕਰਦਾ, ਗੁਰੂ ਮੇਰੇ ਨਾਲ ਹੈ। ਉਹ ਹੈ ਸਿੱਖ।
ਇਸ ਫਾਰਮੂਲੇ ਨੂੰ ਪੱਕਾ ਕਿਵੇਂ ਕਰੋਗੇ? ਤੂੰ ਦਿਸੇ, ਜਿਹੜਾ ਸੰਸਾਰ ਨੂੰ ਰੱਬ ਦੂਰ ਦਿਖਦਾ ਉਹ ਗੁਰਮੁਖਾਂ ਨੂੰ ਨੇੜੇ ਦਿਖਦਾ। ਨੇੜੇ ਦੇਖਣਾ ਕੀ ਹੁੰਦਾ? ਆਪਣੇ ਨਾਲ ਸਮਝਣਾ। ਅੱਜ ਕੇ ਆਖੋ ਸਤਿ, ਇਹਨੂੰ ਸਮਝੋਗੇ ਕਿਉਂ? ਕਿਵੇਂ? ਫਾਰਮੂਲਾ ਸੁਣ ਲਓ। ਰੱਬ ਨੂੰ ਨੇੜੇ ਸਮਝਣਾ ਸਖਾਲਾ ਨਹੀਂ ਹੈ, ਕਿਉਂਕਿ ਮਾਇਆ ਦੀ ਪ੍ਰਕਿਰਤੀ ਇੰਨੀ ਨੇੜੇ ਆ ਗਈ, ਰੱਬ ਕਦੇ ਦਿਖਿਆ ਹੀ ਨਹੀਂ ਨੇੜੇ। ਪਰ ਜੇ ਰੱਖਣਾ ਹੈ ਫਾਰਮੂਲਾ, ਇੱਕੋ ਗੱਲ ਯਾਦ ਰੱਖਿਓ, ਹੈ ਔਖੀ ਗੱਲ, ਇੱਕ ਗੱਲ ਪੱਕੀ ਕਰ ਲਓ ਕਿ ਮੈਂ ਉਹਨਾਂ ਚਿਰ ਹਾਂ ਜਿੰਨਾ ਚਿਰ ਰੱਬ ਮੇਰੇ ਨਾਲ। ਜਿੱਦਣ ਉਹਨੇ ਨਹੀਂ ਹੋਣਾ ਉਦਣ ਮੈਂ ਵੀ ਨਹੀਂ ਹੋਣਾ। ਜੇ ਕਿਤੇ ਆਹ ਫਾਰਮੂਲਾ ਦ੍ਰਿੜ ਹੋ ਜਾਵੇ ਫੇਰ ਨਹੀਂ ਭੁਲਾਉਂਗੇ। ਅੱਜ ਕੇ ਆਖੋ ਸਤਿ। ਆਪਾਂ ਨੂੰ ਪਤਾ ਹੀ ਨਹੀਂ ਵੀ ਉਹੀ ਜ਼ਿੰਦਗੀ ਹੈ ਸਾਡੀ। ਮੈਂ ਤਾਂ ਹੀ ਹੈ ਜੇ ਉਹ ਹੈਗਾ, ਜਿਸ ਬਿਨ ਘੜੀ ਨਾ ਜੀਵਨ, ਬਿਸਰੈ ਸਰੈ ਨਾ ਬਿੰਦ, ਤਿਸਿਉ ਕਿਉ ਮਨ ਰੂਸੀ ਹੈ, ਜਿਸੈ ਹਮਾਰੀ। ਇਹ ਗੁਰੂ ਅੰਗਦ ਦੇਵ, ਤੈਨੂੰ ਤਾਂ ਰੱਬ ਨੇੜੇ ਦਿਖਦਾ, ਬਸ ਰਿਹਾ ਤੇਰੇ ਕੋਲ। ਇਹ ਸੰਸਾਰ ਨਿੰਦਕਾਂ ਨੂੰ ਜਗ ਨੇੜੇ ਦਿਖਦਾ ਹੈ। ਫੇਰ ਵਸਾਇਆ ਫੇਰ ਆਣ, ਸਤਿਗੁਰ ਖਾਡੂਰ। ਫੇਰ ਉੱਥੇ ਹੀ ਆਉਂਦੇ ਨੇ ਗੁਰੂ ਘਰ ਦੇ ਕੀਰਤਨੀਏ ਰਾਏ ਬਲਵੰਡ ਸੱਤਾ ਜੀ। ਕਰਤਾਰਪੁਰ ਤੋਂ ਆ ਕੇ ਗੁਰੂ ਦਾ ਬਚਨ ਮੰਨ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖੰਡੂਰ ਫੇਰੂ ਆਣ। ਬਾਬਾ ਫੇਰੂ ਜੀ ਦੇ ਸਪੁੱਤਰ ਬਾਬਾ ਲਹਿਣਾ ਜੀ ਜਦੋਂ ਗੁਰੂ ਅੰਗਦ ਬਣ ਗਏ, ਆਣ ਖੰਡੂਰੇ ਜੋਤ ਜਗਾਈ। ਗੁਰੂ ਨਾਨਕ ਦਾ ਉਹੀ ਨੂਰ, ਉਹੀ ਜਪ, ਉਹੀ ਤਪ, ਉਹੀ ਸੰਜਮ, ਉਹੀ ਕਿਰਿਆ ਕਰਤਾਰਪੁਰ ਤੋਂ ਆ ਕੇ ਖੰਡੂਰ ਸਾਹਿਬ ਸ਼ੁਰੂ ਕਰ ਦਿੱਤੀ। ਇੱਥੋਂ ਹੀ ਤੁਹਾਡੇ ਨਾਲ ਬਚਨ, ਕਿਉਂਕਿ ਪੌੜੀ ਪੂਰੀ ਹੋ ਗਈ। ਕੱਲ ਨੂੰ ਰਾਏ ਬਲਵੰਡ ਤੇ ਸੱਤਾ ਜੀ ਗੁਰੂ ਅਰਜਨ ਦੇ ਸਨਮੁਖ ਜੋ ਸਾਨੂੰ ਬਾਣੀ ਦੀ ਬਖਸ਼ਿਸ਼ ਕਰਨਗੇ। ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਬਖਸ਼ਿਸ਼ ਤੁਹਾਡੀ ਕਿਰਪਾ ਦੇ ਨਾਲ ਇੱਥੋਂ ਹੀ ਬਹੁਤ ਅਗੰਮ ਅਥਾਹ ਇਤਿਹਾਸ ਆਉਣਾ ਗਾਹਾਂ ਤੁਹਾਡਾ। ਬਹੁਤ ਹੀ ਡੂੰਘਾ ਇਤਿਹਾਸ ਇਸ ਵਾਰ ਵਿੱਚ ਭਰਿਆ। ਭੁੱਲਾਂ ਤੋਂ ਖਿਮਾ ਬਖਸ਼ਣੀ, ਅੱਗੋਂ ਲਈ ਸੁਧ ਸੇਵਾ ਕਰਨ ਦਾ ਬਲ ਬਖਸ਼ਣਾ। ਬੇਨਤੀ ਮੰਨਦੇ ਹੋਏ ਗੁਰਮੁਖ ਪਿਆਰੇ ਸਰਦਾਰ ਹਿੰਮਤ ਸਿੰਘ ਜੀ ਓਲਡ ਬਰੀ ਤੋਂ ਆਏ ਸੀ। ਅੱਜ ਉਹ ਬੱਚੀ ਦੇ ਵਿਆਹ ਦੀ ਸੇਵਾ ਕਰਕੇ ਗਏ ਨੇ। ਹਰਜਿੰਦਰ ਸਿੰਘ ਜੀ ਉਹ ਇੱਕ ਆਪਰੇਸ਼ਨਾਂ ਦੀ ਸੇਵਾ ਕਰਕੇ ਗਏ ਨੇ। ਤੁਹਾਡੀ ਬਖਸ਼ੀ ਹੋਈ ਮਾਇਆ ਸਤਿਗੁਰ ਸਫਲੀ ਕਰਨ। ਸੁਣੇ ਹੋਏ ਗੁਰੂ ਕੇ ਬਚਨ ਸਾਡੇ ਹਿਰਦੇ ਵਸਣ। ਸਤਿਗੁਰ ਮਿਹਰ ਕਰਨ। ਦੇਸ਼ ਪ੍ਰਦੇਸ਼ ਸਮੂਹ ਸੰਗਤਾਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।